ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟਿ ਮੇਰੀ ਆਰਜਾ ਪਵਨ ਪੀਣ ਅਪਿਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਚਲਦੀ ਹੋਈ ਲੜੀਵਾਰ ਵਿਚਾਰ ਦਾ ਸਮਾਂ। ਆਓ ਇਸ ਸਮੇਂ ਤੇ ਲਾਭ ਪ੍ਰਾਪਤ ਕਰੀਏ ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ ਜਦੋਂ ਆਪ ਜੀ ਸੱਚਖੰਡ ਪਧਾਰੇ ਸਨ। ਬੇਈ ਨਦੀ ਦੁਆਰਾ ਅਕਾਲ ਪੁਰਖ ਦੇ ਸਨਮੁਖ ਹੋਏ। ਪਰਮੇਸ਼ਰ ਨੇ ਜੋ ਵਾਰਤਾਲਾਪ ਨਿਰਗੁਣ ਆਪ ਸਰਗੁਣ ਪੀ ਉਹੀ ਵੀ ਜੋ ਨਾਮ ਜਪਾਉਣਾ ਉਸ ਨਾਮ ਦੀ ਮਹਿਮਾ ਦੱਸੋ। ਮਹਾਰਾਜ ਸਾਹਿਬ ਜੀ ਕਹਿੰਦੇ, ਮਹਾਰਾਜ ਨਾ ਤੁਹਾਡੀ ਕੋਈ ਮਹਿਮਾ ਦੱਸ ਸਕਦਾ ਹੈ, ਨਾਮ ਦੀ ਮਹਿਮਾ ਕੋਈ ਕਰ ਸਕਦਾ ਹੈ। ਤੁਹਾਡੀ ਮਹਿਮਾ ਏਡੀ ਵੱਡੀ ਹੈ, ਕੋਈ ਸ਼ਬਦਾਂ ਦੇ ਘੇਰੇ 'ਚ ਨਹੀਂ ਲੈ ਸਕਦਾ। ਤੇ ਆਪ ਜੀ ਦੀ ਮਹਿਮਾ ਵੀ ਬੇਅੰਤ ਹੈ, ਆਪ ਜੀ ਵੀ ਬੇਅੰਤ ਹੋ। ਇਸ ਪ੍ਰਕਾਰ ਅਕਾਲ ਪੁਰਖ ਦੇ ਸਨਮੁਖ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਦੀ ਵਿਚਾਰ ਅੰਮ੍ਰਿਤ ਬਚਨ ਕਰਦੇ ਹਨ ਜੀ। ਕੋਟ ਕੋਟਿ ਮੇਰੀ ਆਰਜਾ ਪਵਨ ਪੀਣ ਅਪਿਆਓ। हे ਪਰਮੇਸ਼ਰ ਜੀ, ਕੋਟ ਨਾਮ ਕਰੋੜਾਂ ਦਾ, ਕਰੋੜਾਂ ਯੁੱਗ ਜਾਂ ਕੋਟि ਕੀਏ ਕਰੋੜਾਂ ਸਾਲਾਂ ਦੀ ਮੇਰੀ ਆਰਜਾ ਕੀ ਇਹ ਉਮਰ ਹੋ ਜਾਏ। ਤੇ ਕੋਟਾਂ ਦੇ ਕੋਟ ਗੁਣ ਭਾਵੇਂ ਮੇਰੇ ਕੋਲ ਹੋਣ, ਮੇਰੀ ਉਮਰ ਇੰਨੀ ਐਡੀ ਵੱਡੀ ਹੋ ਜਾਵੇ, ਗਿਣਤੀ ਤੋਂ ਰਹਿਤ ਹੀ ਸਾਲਾਂ ਦੀ ਉਮਰ ਹੋ ਜਾਵੇ ਭਾਵੇਂ। ਪਵਨ ਪੀਣ ਅਪਿਆਓ। ਪਵਨ ਨਾਮ ਹਵਾ ਦਾ ਹੈ, ਅਪਿਆਓ ਨਾਮ ਭੋਜਨ ਦਾ ਹੈ। ਮੁਖ ਅਪਿਆਓ ਬੈਠ ਕੋ ਦੇਨ। ਜੇ ਮੇਰਾ ਭੋਜਨ ਵੀ ਹਵਾ ਹੀ ਬਣ ਜਾਵੇ, ਪੀਣ ਦੇ ਥਾਂ ਪਾਣੀ ਵੀ ਹਵਾ ਹੀ ਬਣ ਜਾਵੇ। ਪਵਨ ਪੀਣ ਅਪਿਆਓ ਭਾਵ ਕੀ ਹੈ ਵੀ ਮੈਂ ਪੌਣ ਆਹਾਰੀ ਹੋ ਜਾ, ਸੰਸਾਰ ਦਾ ਅੰਨ ਪਾਣੀ ਛੱਡ ਕੇ ਹਵਾ ਦਾ ਹੀ ਅੰਨ ਪਾਣੀ ਕਰਨ ਵਾਲਾ ਹੋ ਜਾਵਾਂ, ਤੁਹਾਡਾ ਨਾਮ ਜਪਦਾ ਹੋਇਆ। ਚੰਦ ਸੂਰਜ ਦੋਏ ਗੋਹੈ ਨਾ ਦੇਖਾ, ਸੁਪਨੈ ਸੌਣ ਨਾ ਥਾਓ। ਫਿਰ ਅਜਿਹੀ ਤੰਗ ਗੁਫਾ ਦੇ ਵਿੱਚ, ਜਿਵੇਂ ਤਪੋਵਣ ਦੇ ਵਿੱਚ ਬਹੁਤ ਸਾਰੇ ਸਾਧਕ ਬੈਠੇ, ਇਹੋ ਜੀ ਤੰਗ ਗੁਫਾ ਦੇ ਵਿੱਚ ਬੈਠ ਜਾਈਏ ਜਿੱਥੇ ਚੰਦਰਮਾ ਤੇ ਸੂਰਜ ਇਹਨਾਂ ਦੋਨਾਂ ਦੀ ਰੋਸ਼ਨੀ, ਤੇ ਉਹ ਚੰਦਰਮਾ ਸੂਰਜ ਦੀ ਰੋਸ਼ਨੀ ਮੈਨੂੰ ਦੇਖ ਨਾ ਸਕੇ, ਅਥਵਾ ਮੈਂ ਚੰਦਰਮਾ ਸੂਰਜ ਦੀ ਰੋਸ਼ਨੀ ਨਾ ਦੇਖਾਂ। ਐਡੀ ਵੱਡੇ ਜਾਗਣ ਵਾਲੇ ਹੋ ਜਾਈਏ ਕਿ ਸੁਪਨੇ ਦੇ ਵਿੱਚ ਵੀ ਆਰਾਮ ਨਾ ਪ੍ਰਾਪਤ ਹੋਵੇ, ਸੁਪਨੇ 'ਚ ਵੀ ਜਪ ਤਪ ਕਰਦੇ ਰਹੀਏ, ਸੁਪਨੇ ਵਿੱਚ ਹੀ ਨਾਮ ਜਪਦੇ ਰਹੀਏ, ਤੇ ਸੁਪਨੇ ਦੇ ਵਿੱਚ ਵੀ ਸੁੱਖਾਂ ਦੀ ਥਾਂ ਨਾ ਮਿਲੇ, ਐਡਾ ਵਿਡਾਗ ਮਨ ਦੇ ਵਿੱਚ ਹੋਵੇ। ਇਹ ਇਸ ਪ੍ਰਕਾਰ ਦੀ ਜਿਵੇਂ ਸਾਧਨ ਕਰਨ ਵਾਲਾ ਵੀ ਹੋ ਜਾਣ। ਵੀ ਤੇਰੀ ਕੀਮਤ ਨਾ ਪਵੈ, ਹੋ ਕੇਵਡ ਆਖਾ ਨਾਓ। ਇਹ ਪਰਮੇਸ਼ਰ ਵਾਹਿਗੁਰੂ ਤਪੱਸਿਆ ਰੂਪ ਸਾਧਨ ਕਰਦੇ ਹੋਏ ਫਿਰ ਵੀ ਤੇਰੀ ਜਿਹੜੀ ਤੁਹਾਡੀ ਕੀਮਤ ਪ੍ਰਾਪਤੀ ਰੂਪ ਹੈ, ਉਹ ਕਿਸੇ ਪ੍ਰਕਾਰ ਪ੍ਰਾਪਤ ਨਹੀਂ ਹੋ ਸਕਦੀ ਹੈ। ਤੇ ਇਸ ਕਰਕੇ ਫਿਰ ਹੋਂ ਕੇਵਡ ਆਖਾਂ ਨਾ ਹੋ, ਮੈਂ ਉਸ ਨਾਮ ਨੂੰ ਕੇਵਡ ਕਿੱਡਾ ਕੁ ਵੱਡਾ ਆਖਾਂ। ਕਿੱਡਾ ਵੱਡਾ ਹੈ ਤੁਹਾਡਾ ਨਾਮ, ਜਿੱਡੇ ਵੱਡੇ ਤੁਸੀਂ ਹੋ ਓਡਾ ਵੱਡਾ ਤੁਹਾਡਾ ਨਾਮ ਹੈ ਪ੍ਰਤਾਪ ਵਾਲਾ। ਜਿੱਡਾ ਤੁਹਾਡਾ ਪ੍ਰਤਾਪ ਹੈ ਓਡਾ ਵੱਡਾ ਹੀ ਤੁਹਾਡੇ ਨਾਮ ਦਾ ਪ੍ਰਤਾਪ ਹੈ। ਇਸ ਕਰਕੇ ਤੁਸੀਂ ਬੇਅੰਤ ਹੋ, ਤੁਹਾਡਾ ਨਾਮ ਵੀ ਬੇਅੰਤ ਹੈ। ਸਾਚਾ ਨਿਰੰਕਾਰ ਨਿਜ ਥਾਏ। ਹੇ ਪ੍ਰਭੂ, ਤ੍ਰੈ ਕਾਲ ਆਬਾਦ ਨਿਰਾਕਾਰ ਸਰੂਪ ਵਾਹਿਗੁਰੂ ਜੀ, ਨਿਜ ਥਾਏ, ਨਿਜ ਸਰੂਪ ਦੀ ਥਾਂ ਜਿਸ ਤੇ ਬਿਰਾਜਮਾਨ ਹੋ ਤੁਸੀਂ, ਉਹ ਕਿਸੇ ਦੇ ਆਸਰੇ ਨਹੀਂ ਹੋ ਤੁਸੀਂ। ਨਿਜ ਆਪਣੀ ਥਾਂ ਹੈ ਤੁਹਾਡਾ। ਅਸੀਂ ਜੇ ਇੱਥੇ ਬੈਠੇ ਹਾਂ ਧਰਤੀ ਦੇ ਆਸਰੇ ਬੈਠੇ ਹਾਂ, ਹੇਠਾਂ ਧਰਤੀ ਹੈ। ਪਰਮਾਤਮਾ ਨੂੰ ਕਿਸੇ ਹੋਰ ਦੂਸਰੇ ਦਾ ਆਸਰਾ ਨਹੀਂ, ਉਹ ਨਿਜ ਆਪਣੇ ਸਰੂਪ ਦਾ ਆਪ ਹੀ ਆਸਰਾ ਹੈ।
ਐਸਾ ਪਰਮੇਸ਼ਰ ਹੈ। ਸੁਣ ਸੁਣ ਆਖਣ ਆਖਣਾ ਜੀ ਭਾਵੈ ਕਰੇ ਤਮਾਏ। ਸੁਣ ਸੁਣ ਆਖਣ ਆਖਣਾ, ਸਤ ਸ਼ਾਸਤਰਾਂ ਦਾ ਸੁਣ ਸਰਵਣ ਕਰਕੇ ਜਾਂ ਸਰਦਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਸਰਵਣ ਕਰਕੇ ਆਖਣਾ ਹੁੰਦਾ ਮੁਖ ਦੁਆਰਾ, ਜਾਂ ਪ੍ਰੀਤ ਰੂਪ ਰਸਨਾ ਦੁਆਰਾ ਆਖਣਾ ਕਰਾਂ। ਕਿਤਨਾ ਕੁ ਵੱਡਾ ਆਖਣਾ ਕਹੀਏ, ਕਿਉਂਕਿ ਤੂੰ ਬੇਅੰਤ ਹੈ। ਸਾਡਾ ਸੁਣਨਾ ਤੇ ਆਖਣਾ ਜਪਣਾ ਤੁਹਾਨੂੰ ਭਾ ਜਾਵੇ। ਜੇ ਤੁਹਾਨੂੰ ਭਾ ਜਾਵੇ ਤਾਂ ਤੇ ਸਾਡੇ ਜੀਵਾਂ ਦੇ ਤਾਈਂ ਬ੍ਰਹਮ ਗਿਆਨ ਦੀ ਤਮਾਏ ਨਾਮ ਬਖਸ਼ਿਸ਼ ਦਾ ਵੀ ਹੁੰਦਾ ਹੈ, ਤਾਂ ਤੁਸੀਂ ਬ੍ਰਹਮ ਦੀ ਬਖਸ਼ਿਸ਼ ਕਰਦੇ ਹੋ। ਜੇਕਰ ਤੁਹਾਨੂੰ ਭਾ ਜਾਵੇ ਤਾਂ ਤੁਸੀਂ ਜਿਗਿਆਸੂਆਂ ਨੂੰ ਤਾਰਨ ਦੀ ਤਮਾਏ ਨਾਮ ਇੱਛਾ ਦਾ ਹੁੰਦਾ ਹੈ। ਫਿਰ ਇੱਛਾ ਕਰਦੇ ਵੀ ਜਿਗਿਆਸੂ ਨੂੰ ਤਾਰ ਦਈਏ, ਜਾਂ ਫਿਰ ਜਿਗਿਆਸੂਆਂ ਦੇ ਅੰਦਰ ਮੋਖ ਇੱਛਾ ਦੀ ਤਮਾਏ ਖਾਸ਼ ਪੈਦਾ ਹੋ ਜਾਵੇ ਕਿ ਮੈਂ ਮੁਕਤ ਹੋ ਜਾਵਾਂ, ਤਾਂ ਤਦ ਹੀ ਮਾਏ ਨਾਲ ਕਿਰਪਾ ਦਾ ਹੁੰਦਾ ਹੈ। ਫਿਰ ਤੁਹਾਡੀ ਕਿਰਪਾ ਦੁਆਰਾ ਅਸੀਂ ਜੀਵ ਕਲਿਆਣ ਦੀ ਪ੍ਰਾਪਤੀ ਕਰ ਸਕਦੇ ਹਾਂ। ਤਾਂ ਹੀ ਤੁਹਾਡੇ ਸਾਡੇ ਜੀਵਾਂ ਦੇ ਉੱਤੇ ਬ੍ਰਹਮ ਗਿਆਨ ਦੀ ਤਮਾਏ ਬਖਸ਼ਿਸ਼ ਕਰਦੇ ਹੋ ਸੱਚੇ ਪਾਤਸ਼ਾਹ ਜੀ। ਰਹਾਉ ਅਸਥਾਈ ਦੇ ਕੇ ਕਹਿੰਦੇ ਨੇ, ਕੁਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ। ਇਹ ਭਾਈ ਜਿਹੜਾ ਸ਼ਬਦ ਹੈ ਤੇ ਇਸ ਨੂੰ ਧਿਆਨ ਰੱਖਣਾ ਵੀ ਅਧਕ ਨਾ ਲੱਗ ਜਾਏ। ਜਿਵੇਂ ਸੁਣਿਆ ਤੁਸੀਂ ਪਾਠ, ਪਰ ਥੋੜਾ ਜਿਹਾ ਕੱਸ ਕੇ ਵੀ ਬੋਲਣਾ, ਅਧਕ ਤੋਂ ਰਹਿਤ ਹੋਵੇ ਤੇ ਬਿਲਕੁਲ ਪੋਲਾ ਬਣਾ ਹੋ ਜਾਵੇ ਤੇ ਕੁਸਾ ਐਸਾ ਇਹਦਾ ਉਚਾਰਨ ਕਰਨਾ। ਜੇ ਸਰੀਰ ਨੂੰ ਬਾਰ-ਬਾਰ ਮੁੜ-ਮੁੜ ਕੇ ਕੁਸਾ ਕੁੱਠਾ ਭਾਵ ਕੋਹ ਕੇ ਕਟਿਆ ਜਾਵੇ ਤੇ ਪੀਸਣ ਪੀਸਾ ਪਾਏ, ਪੀਸਣ ਚੱਕੀ ਵਿੱਚ ਪਾ ਕੇ ਪੀਸਿਆ ਜਾਵੇ, ਫਿਰ ਉਸ ਪੀਸੇ ਹੋਏ ਨੂੰ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ। ਤੇ ਅੱਗੀ ਨੂੰ ਅਗੀ ਨਹੀਂ ਕਹਿਣਾ ਕਦੇ ਵੀ ਗਲਤੀ ਨਾਲ। ਅਧਿਕ ਸਹਿਤ ਪਾਠ ਕਰਨਾ। ਅੱਗੀ ਸੇਤੀ ਜਾਲੀਆ, ਅੱਗ ਦੇ ਨਾਲ, ਅੱਗ ਦੇ ਸੇਤੀ ਕੀ ਇਹ ਨਾਲ ਸਾੜ ਦਈਏ, ਭਸਮ ਸੁਆਹ ਇਹਦੀ ਹੋ ਜਾਵੇ। ਭਸਮ ਸੇਤੀ ਰਲ ਜਾਓ ਕਿ ਉਹ ਸਾੜੀ ਹੋਈ ਜਿਹੜੀ ਸੁਆਹ ਉਹਦੇ ਨਾਲ ਰਲ ਮਿਲ ਜਾਵੀਏ। ਇਸ ਪ੍ਰਕਾਰ ਦੀ ਇਹ ਵਿਚਾਰ ਮਾਰਨ ਕਰੀਏ। ਕੁਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ। ਕਾਂਸੀ ਵਿੱਚ ਜਾ ਕੇ ਤੇ ਜਿਸ ਤਰ੍ਹਾਂ ਕੁਸਾ ਦੱਬ ਦੀ ਨਿਆਈ ਕਲਵੱਤਰ ਆਰੇ ਨਾਲ ਆਪਣੇ ਆਪ ਨੂੰ ਚਰਵਾ ਲਈਏ, ਮੁੜ ਮੁੜ ਕੇ ਰੰਚਕ ਆਪਣੇ ਆਪ ਨੂੰ ਕਟਵਾ ਲਈਏ। ਅਰਥ ਜੇ ਰਹਿੰਦਾ ਨਿਮਖ ਕਰ ਸਰੀਰ ਕਟਾਵੈ। ਸਾਧਨਾ ਰੂਪੀ ਚੱਕੀ ਵਿੱਚ ਪਾ ਕੇ ਜਾਂ ਹਿਮਾਲੇ ਪਰਬਤ ਦੀ ਬਰਫ਼ ਦੀ ਚੱਕੀ ਵਿੱਚ ਆਪਣੇ ਆਪ ਨੂੰ ਪਿਸਾ ਲਈਏ। ਜਿਵੇਂ ਪਾਂਡਵਾਂ ਦੀ ਨਿਆਈ ਤੇ ਉਹਨਾਂ ਨੇ ਉੱਥੇ ਜਾ ਕੇ ਬਰਫ਼ ਦੇ ਵਿੱਚ ਗਲ ਗਏ ਸਨ। ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ। ਅੱਗੀ ਅੱਗ ਭਾਵ ਧੂਣੀਆਂ ਤਪਾਉਣ ਰੂਪ, ਸੇਤੀ ਉਹਦੇ ਨਾਲ ਸਰੀਰ ਨੂੰ ਸੇਕ ਨਾਲ ਜਾਲੀਆ ਸਾੜ ਲਈਏ। ਆਪਣੇ ਸਰੀਰ ਦੀ ਭਸਮ ਜਿਹੜੀ ਰਾਖ ਮਲ ਕੇ ਸਰੀਰ ਨੂੰ ਰਾਖ ਰੂਪੀ ਬਣਾ ਲਈਏ। ਕਈਆਂ ਦੇ ਰਾਖ ਮਲੀ ਹੁੰਦੀ ਹੈ ਨਾ ਸਾਧੂਆਂ ਦੇ, ਵੀ ਇਸ ਪ੍ਰਕਾਰ ਦੇ ਉਹਨਾਂ ਦਾ ਕਿਸੇ ਤਰੀਕੇ ਦੇ ਨਾਲ ਮਹਾਰਾਜ ਇਹ ਢੰਗ ਤਰੀਕੇ ਨਾਲ ਖੰਡਨ ਵੀ ਕਰਦੇ ਆ। ਸਵਾਹ ਦੇ ਇਤਨੇ ਭਸਮ ਦੇ ਨਾਲ ਹੀ ਰਲ ਜਾਈਏ, ਇਸ ਪ੍ਰਕਾਰ ਜੋਗੀ ਬਣ ਜਾਈਏ। ਭੀ ਤੇਰੀ ਕੀਮਤ ਬੋਲਦੇ ਹੋ। ਭੀ ਤੇਰੀ ਕੀਮਤ ਨਾ ਪਵੈ ਹੋ ਕੇਵਡ ਆਖਾ ਨਾਉ। ਇਹ ਵਾਹਿਗੁਰੂ ਐਡੇ ਵੱਡੇ ਸਾਧਨ ਕਰਕੇ ਵੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਤੇਰੇ ਨਾਮ ਦਾ ਕੋਈ ਮੁੱਲ ਨਹੀਂ ਪਾ ਸਕਦਾ। ਜੈਸਾ ਸੋ ਤੈਸਾ ਤੂੰ ਹੀ ਕਿਆ ਹੁਕਮਾਂ ਦੀਜੈ। ਹੇ ਪਰਮੇਸ਼ਰ ਜੀ, ਹਾਂ ਕਹੀਏ ਅਸੀਂ ਆਪ ਜੀ ਦੇ ਨਾਮ ਨੂੰ ਕੇਵਡ ਕਿੱਡਾ ਕੁ ਵੱਡਾ ਆਖੀਏ, ਕਹੀਏ, ਕਿਹਾ ਨਹੀਂ ਜਾ ਸਕਦਾ। ਇਹ ਉਪਰੋਕਤ ਜਿਹੜੇ ਸਾਰੇ ਸਾਧਨ ਕਹੇ ਨੇ, ਇਹ ਕਰਕੇ ਵੀ ਹੇ ਪ੍ਰਭੂ ਤੇਰੇ ਨਾਮ ਦੀ ਬੇਅੰਤ ਮਹਿਮਾ ਕਥਨ ਉਹ ਕੀਤੀ ਨਹੀਂ ਜਾ ਸਕਦੀ ਹੈ। ਕੇਵੜ ਆਖਾ ਨਾਉ ਕਿੱਡਾ ਕੁ ਵੱਡਾ ਕਹਾਂ ਤੁਹਾਡਾ ਨਾਮ। ਪੰਖੀ ਹੋਏ ਕਹਿ ਜੀ ਭਵਾ ਸਹਿ ਅਸਮਾਨੀ ਜਾਓ। ਫਿਰ ਅੱਗੇ ਦੱਸਦੇ ਨੇ, ਜੇ ਸਿੱਧੀ ਦੇ ਬਲ ਨਾਲ ਜਿਵੇਂ ਪੰਛੀ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦੇ ਨੇ, ਤੇ ਸਿੱਧ ਇਸ ਤਰ੍ਹਾਂ ਉਡਾਰੀਆਂ ਮਾਰ ਕੇ ਦਿਖਾਉਂਦੇ ਵੀ ਰਹੇ ਗੁਰੂ ਨਾਨਕ ਸਾਹਿਬ ਨੂੰ।
ਸਿੱਧੀ ਦੇ ਵੱਲ ਪੰਖੀਆਂ ਦੀ ਤਰ੍ਹਾਂ ਹੋ ਜਾਈਏ, ਜਾਂ ਫਿਰ ਵਿਧਨ ਖੇਦ ਰੂਪੀ ਖੰਭਾਂ ਨੂੰ ਲਾ ਕੇ ਸਵਰਗ ਆਦਿ ਚਲੇ ਜਾਈਏ, ਬ੍ਰਹਮ ਲੋਕ ਵਿੱਚ ਚਲੇ ਜਾਈਏ, ਉਪਾਸਨਾ ਰੂਪੀ ਖੰਭ ਲਾ ਕੇ ਭੌਂਦੇ ਫਿਰੀਏ, ਹਿਰਨ ਗਰਭ ਦੀ ਉਪਾਸਨਾ ਕਰਕੇ ਜਿਸ ਬ੍ਰਹਮੰਡ ਜਾਣਾ ਚਾਹੀਏ ਉੱਥੇ ਚਲੇ ਜਾਈਏ। ਸੰਕਲਪ ਸਿੱਧੀ ਦੇ ਨਾਲ ਜਿਉਂ ਪੰਖੀ ਬਣ ਕੇ ਘੁੰਮਦੇ ਫਿਰਦੇ ਨੇ, ਇਸ ਤਰ੍ਹਾਂ ਭਾਵੇਂ ਕਰ ਵੀ ਲਈਏ। ਤੇ ਇੱਕ ਤਾਂ ਕੀ ਸੈਂਕੜੇ ਅਸਮਾਨੀ, ਇੱਕ ਦੀ ਤਾਂ ਗੱਲ ਹੀ ਕੀ ਹੈ, ਸਹਿ ਅਸਮਾਨੀ ਤੇ ਸੈਂਕੜੇ ਅਸਮਾਨਾਂ ਤੇ ਚਲੇ ਜਾਈਏ। ਸਿੱਧੀਆਂ ਦੁਆਰਾ ਐਡੀ ਬੜੀ ਤਾਕਤ ਵੀ ਭਾਵੇਂ ਹੋ ਜਾਵੇ। ਨਦਰੀ ਕਿਸੈ ਨਾ ਆਵੋ, ਨਾ ਕਿਛ ਪੀਆ ਨਾ ਖਾਓ। ਤੇ ਫਿਰ ਐਨੇ ਅਲੋਪ ਜਾਂ ਗੁਪਤ ਹੋ ਜਾਈਏ ਕਿ ਕਿਸੇ ਦੀ ਨਦਰੀ ਨਾਮ ਦ੍ਰਿਸ਼ਟੀ ਦਾ ਹੁੰਦਾ, ਦ੍ਰਿਸ਼ਟੀ ਨਾ ਆਵੇ। ਤੇ ਐਡੇ ਵੱਡੇ ਨਿਰਾਹਾਰੀ ਅਤੀਤ ਹੋ ਜਾਈਏ ਕਿ ਨਾ ਕੁਛ ਪੀਆ ਨਾ ਖਾਓ, ਨਾ ਕੁਛ ਖਾਈਏ ਤੇ ਨਾ ਪਾਣੀ ਆਦਿ ਪੀਏ, ਭਾਵ ਹਵਾ ਦਾ ਹੀ ਭਖਸ਼ਣ ਕਰਨ ਵਾਲੇ ਹੋ ਜਾਈਏ। ਪੀ ਤੇਰੀ ਕੀਮਤ ਨਾ ਪਵੈ, ਹੋ ਕੇਵਡ ਆਖਾ ਨਾਉ। ਪੀ ਬੌੜਾ ਮੁੜ ਕੇ ਤਾਂ ਵੀ ਤੁਹਾਡੀ ਕੀਮਤ ਪਾਈ ਨਹੀਂ ਜਾ ਸਕਦੀ ਹੈ। ਤੁਹਾਡੀ ਪ੍ਰਾਪਤੀ ਜੋ ਕੀ ਕੀਮਤ ਜਿਹੜੀ ਹੈ ਉਹ ਨਹੀਂ ਪਾਈ ਜਾ ਸਕਦੀ। ਹੈ ਵਾਹਿਗੁਰੂ, ਮੈਂ ਆਪ ਜੀ ਦਾ ਨਾਮ ਕਿੱਡਾ ਕੁ ਵੱਡਾ ਆਖਾਂ, ਕਥਨ ਕਰਾਂ, ਕਥਨ ਨਹੀਂ ਕੀਤਾ ਜਾ ਸਕਦਾ। ਤੁਸੀਂ ਬੇਅੰਤੋਂ, ਤੁਹਾਡਾ ਨਾਮ ਵੀ ਬੇਅੰਤ ਹੈ ਪਾਤਸ਼ਾਹ ਜੀ। ਨਾਨਕ ਕਾਗਦ ਲਖਮਣਾ, ਪੜ ਪੜ ਕੀਚੈ ਭਾਉ। ਤੇ ਇਹਨੂੰ ਭਾਈ ਲੱਖ ਨੂੰ ਅਧਿਕ ਸਹਿਤ ਤੇ ਜਿਹੜਾ ਪੱਪਾ ਤੇ ਡਾੜਾ ਹੈ, ਸਿਹਾਰੀ ਲੱਗੀ ਹੋਈ ਹੈ, ਇਹਨੂੰ ਪੜ ਪੜ ਨਹੀਂ ਕਰਨਾ, ਇਹਨੂੰ ਪੜ ਪੜ ਕਰਨਾ ਹੈ। ਇਸ ਕਰਕੇ ਇੰਨੇ ਕਿ ਭੇਦ ਅੱਜ 2-3-4 ਇਕੱਠੇ ਹੀ ਭੇਦ ਆ ਰਹੇ ਨੇ ਪਾਠ ਦੇ, ਇਹਨਾਂ ਦਾ ਧਿਆਨ ਰੱਖਣਾ ਹੈ। ਤੋ ਇਸ ਕਰਕੇ ਪਹਿਲਾ ਸਾਧਨ ਦੱਸ ਕੇ ਹੁਣ ਵਿਦਿਆ ਪ੍ਰਤੀ ਵੀ ਕਹਿੰਦੇ ਨੇ, ਜੇ ਐਡੇ ਵੱਡੇ ਵਿਦਵਾਨ ਬਣ ਜਾਈਏ, ਲੱਖਾਂ ਮਣ ਕਾਗਜ਼ ਇਕੱਠੇ ਕਰ ਲਈਏ, ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾ ਕਿਤਾਬਾਂ, ਇਹ ਸਾਰੇ ਜਿਹੜੇ ਗ੍ਰੰਥ, ਇਹਨਾਂ ਨੂੰ ਪੜ ਪੜ ਕੇ ਭਾਵ ਤਤ ਕੱਢ ਲਈਏ ਕਿ ਇਹਦਾ ਭਾਵ ਆ ਹੈ ਜੀ, ਇਹਦਾ ਸਿਧਾਂਤ ਆ ਹੈ, ਤੇ ਇਹ ਤਾਤਪਰ ਇਹਦਾ ਇਹ ਹੈ, ਐਸੇ ਵੀ ਹੋ ਜਾਈਏ ਭਾਵੇਂ। ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਤੇ ਮਸੂ ਨੂੰ ਕਦੇ ਮਸੂ ਨਹੀਂ ਕਹਿਣਾ, ਅਧਿਕ ਸਹਿਤ ਪਾਠ ਹੈ ਇਹ। ਮਸੂ ਤੋਟ ਨਾ ਆਵੇ, ਲੇਖਣ ਪਾਉਣ ਚਲਾਓ। ਤੇ ਫਿਰ ਕਥਨ ਕਰਦੇ ਨੇ, ਲਿਖਣ ਵਾਲੇ ਜਿਹੜੇ ਮਸੂ ਸਿਆਹੀ ਦਾ ਵੀ ਤੋੜ ਘਾਟਾ ਨਾ ਆਵੇ। ਪਾਉਣ ਹਵਾ ਨੂੰ ਲੇਖਣ ਕਲਮ ਬਣਾ ਕੇ ਚਲਾਉਣਾ ਕਰੀਏ। ਤੇ ਇਸ ਪ੍ਰਕਾਰ ਵੀ ਭਾਵੇਂ ਐਡੇ ਵੱਡੇ ਵਿਦਵਾਨ ਜੀ ਬਣ ਜਾਈਏ। ਤੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ, ਪੀ ਤੇਰੀ ਕੀਮਤ ਨਾ ਪਵੈ, ਹੋ ਕੇਵਡ ਆਖਾ ਨਾਉ। ਫਿਰ ਵੀ ਤੁਹਾਡੀ ਜਿਹੜੀ ਪ੍ਰਾਪਤੀ ਰੂਪ ਕੀਮਤ ਹੈ ਉਹ ਨਹੀਂ ਪਾਈ ਜਾ ਸਕਦੀ ਹੈ ਪ੍ਰਭੂ। ਹਾਂ, ਮੈਂ ਆਪ ਜੀ ਦੇ ਨਾਮ ਨੂੰ ਕਿੱਡਾ ਕੁ ਵੱਡਾ ਕਹਾਂ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਤੁਹਾਡੀ ਮਹਿਮਾ ਕਹੀ ਨਹੀਂ ਜਾ ਸਕਦੀ। ਨਾਮ ਦੀ ਮਹਿਮਾ ਐਡੀ ਵੱਡੀ ਹੈ, ਉਹਦੇ ਤੁਲ ਦੁਨੀਆ ਦੀ ਕੋਈ ਵੀ ਚੀਜ਼ ਮਹਾਰਾਜ ਹੋ ਨਹੀਂ ਸਕਦੀ। ਇਸ ਕਰਕੇ ਐਡਾ ਵੱਡਾ ਤੁਹਾਡਾ ਨਾਮ ਹੈ। ਤੇ ਗਿਆਨ ਵੀ ਜਿਹੜਾ ਹੈ, ਕੁੜ ਸ਼ਾਸਤਰਕਾਰਾਂ ਨੇ ਭਾਵੇਂ ਗਿਆਨ ਨੂੰ ਵੱਡਾ ਮੰਨਿਆ, ਪਰ ਮਹਾਰਾਜ ਕਹਿੰਦੇ ਭਗਤੀ ਸਹਿਤ ਗਿਆਨ ਹੀ ਵੱਡਾ ਹੈ। ਤੇ ਜਿਹੜੇ ਗਿਆਨ ਦੇ ਵਿੱਚ ਭਗਤੀ ਨਹੀਂ ਹੈ, ਉਹ ਗਿਆਨ ਨੂੰ ਗੁਰੂ ਨਾਨਕ ਦੇ ਘਰ ਵਿੱਚ ਮੰਨਿਆ ਨਹੀਂ ਗਿਆ। ਹੁਣ ਅੱਗੇ ਫਰਮਾਨ ਕਰਦੇ ਹਨ ਜੀ, ਸ੍ਰੀ ਰਾਗ ਮਹੱਲਾ ਪਹਿਲਾ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੋਪਾਲ ਪਾਧੇ ਕੋਲ ਬਚਪਨ 'ਚ ਪੜ੍ਹਨ ਲਾਏ ਸੀ, ਤੇ ਉਲਟਾ ਪਾਧੇ ਨੂੰ ਜਦੋਂ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ, ਤੇ ਜਦੋਂ ਮਹਿਤਾ ਜੀ ਆ ਕੇ ਪੁੱਛਣ ਲੱਗੇ ਮੇਰੇ ਪੁੱਤਰ ਦੀ ਪੜ੍ਹਾਈ ਦਾ ਕੀ ਹਾਲ ਹੈ, ਤਾਂ ਉਸ ਵੇਲੇ ਪਾਧੇ ਨੇ ਕਿਹਾ ਸੀ ਬਾਬਾ ਕਲਿਆਣ ਚੰਦ ਨੂੰ, ਇਹ ਤਾਂ ਬਿਨਾਂ ਪੜ੍ਹੀ ਪੜਾਉਣ, ਇਹ ਤਾਂ ਆਪ ਪੜ੍ਹੇ ਹੋਏ ਨੇ, ਬਿਨਾਂ ਪੜ੍ਹਾਈ ਇਹਨਾਂ ਨੂੰ ਕੌਣ ਪੜ੍ਹਾ ਸਕਦਾ ਹੈ। ਇਸ ਕਰਕੇ ਇਹਨਾਂ ਦੇ ਪੜ੍ਹਨ ਦੇ ਖਿਆਲ 'ਚ ਨਾ ਪਾਓ। ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਬਚਨ ਆਉਂਦੇ ਨੇ, ਸੁਤ ਕੋ ਸੁਤ ਨਹਿ ਜਾਣਿਓ, ਹੈ ਕਹਿ ਕੋ ਅਵਤਾਰ। ਇਹ ਅਵਤਾਰੀ ਪੁਰਖ ਹੈ, ਇਹਨੂੰ ਪੁੱਤਰ ਨਾ ਸਮਝ। ਬਿਨਾਂ ਪੜ੍ਹੇ ਹੀ ਪੜ੍ਹ ਰਹੇ ਹੋ, ਸਭਨ ਪੜ੍ਹਾਵਨ ਹਾਰ। ਇਹ ਤਾਂ ਬਿਨਾਂ ਪੜ੍ਹੀ ਪੜ੍ਹ ਰਿਹਾ ਹੈ,
ਹੋਰਾਂ ਨੂੰ ਪੜ੍ਹਾਉਣ ਵਾਲਾ ਹੈ। ਇਸ ਪੜ੍ਹਨੇ ਕੇ ਪਰੋ ਨਾ ਖਿਆਲੇ, ਸਭ ਕਰਤਾ ਜੋ ਵਿਦਿਆ ਜਾਲੇ। ਇਹਨਾਂ ਤੋਂ ਵਿਦਿਆ ਜਨਮ ਲੈਂਦੀ ਆ ਨਾ, ਇਸ ਕਰਕੇ ਇਹਨਾਂ ਨੂੰ ਕੌਣ ਪੜ੍ਹਾ ਸਕਦਾ ਹੈ। ਫਿਰ ਬਾਬਾ ਕਲਿਆਣ ਚੰਦ ਜੀ ਨੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਵੀ ਤੁਹਾਨੂੰ ਹਿਸਾਬ ਕਿਤਾਬ ਲੇਖਾ ਕਹਿੰਦੇ ਉਹਨੂੰ ਵੀ ਲੇਖਾ ਪੜ੍ਹਾ ਦਈਏ, ਤਾਂ ਕਿ ਕੱਲ ਨੂੰ ਜੇ ਪਟਵਾਰੀ ਲੱਗੋ ਮੇਰੇ। ਉਹਨਾਂ ਦੀ ਤਾਂ ਧੁਨੀ ਉੱਥੇ ਹੀ ਖੜੀ ਸੀ ਨਾ, ਤੇ ਅਗਿਆਨ ਦਾ ਪਰਦਾ ਪਾ ਕੇ ਰੱਖਿਆ। ਲੇਖੇ ਦੀ ਗੱਲ ਸੁਣ ਕੇ ਮਹਾਰਾਜ ਸਾਹਿਬ ਜੀ ਫਿਰ ਆਪਣੇ ਪਿਤਾ ਨੂੰ ਉਪਦੇਸ਼ ਦੇਣ ਲੱਗੇ, ਕਹਿਣ ਲੱਗੇ, ਹੇ ਪਿਤਾ ਜੀ, ਲੇਖਾ ਬੋਲਣ ਬੋਲਣਾ, ਲੇਖਾ ਖਾਣਾ ਖਾਓ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਹੇ ਪਿਤਾ ਜੀ, ਜੋ ਕੁਝ ਵੀ ਅਸੀਂ ਸ਼ਬਦ ਬੋਲਣਾ ਬੋਲਦੇ ਹਾਂ ਉਹ ਪਰਮੇਸ਼ਰ ਦੇ ਲੇਖੇ ਹਿਸਾਬ ਵਿੱਚ ਹੀ ਬੋਲਦੇ ਹਾਂ। ਲੇਖਾ ਖਾਣਾ ਖਾਓ, ਖਾਣਾ ਭੋਜਨ ਦਾ ਖਾਓ, ਖਾਣਾ ਜਿਹੜਾ ਇਹ ਵੀ ਲੇਖੇ ਹਿਸਾਬ ਦੇ ਵਿੱਚ ਹੀ ਹੈ। ਸਾਰੇ ਜੀਵ ਜਿਹੜਾ ਬੋਲਣਾ ਬੋਲਦੇ ਹੈ ਪਰਮਾਤਮਾ ਦੇ ਲੇਖੇ ਹਿਸਾਬ ਵਿੱਚ ਹੀ ਹੈ। ਪ੍ਰਭੂ ਦੇ ਲੇਖੇ ਅੰਦਰ ਹੀ ਸਭ ਖਾਣਾ ਖਾਓ ਖਾ ਰਹੇ ਨੇ। ਇਸ ਤੋਂ ਵੱਧ ਇੱਕ ਗਰਾਹੀ ਵੀ ਕੋਈ ਖਾ ਨਹੀਂ ਸਕਦਾ। ਜਦੋਂ ਉਹਦੀ ਆਗਿਆ ਹੋ ਜਾਵੇ ਤਾਂ ਫਿਰ ਪਾਣੀ ਦੀ ਇੱਕ ਵੀ ਘੁੱਟ ਅੰਦਰ ਨਹੀਂ ਜਾ ਸਕਦੀ। ਅੱਖ ਫਰਕਣੀ ਨਾ ਮਿਲੇ, ਮੁਖ ਮੇਂ ਰਹੇ ਗਰਾਸ, ਮੂੰਹ ਦੇ ਵਿੱਚ ਗਰਾਸ ਰਹਿ ਜਾਂਦੀ ਹੈ। ਤੋ ਇਸ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਉਹ ਲੇਖੇ ਬਾਰੇ ਦੱਸਦੇ ਹੋਏ ਪਿਤਾ ਨੂੰ ਉਪਦੇਸ਼ ਦਿੰਦੇ ਹੈ ਤੇ ਸਾਰੇ ਸੰਸਾਰ ਨੂੰ ਸਾਂਝੀ ਸਿੱਖਿਆ ਦਿੰਦੇ ਨੇ। ਲੇਖਾ ਵਾਟ ਚਲਾਈਆ, ਲੇਖਾ ਸੁਣ ਵੀ ਖਾਓ। ਅਸੀਂ ਜਿੰਨਾ ਵੀ ਬਾਟ ਨਾਮ ਰਸਤੇ ਦਾ ਹੈ ਉਹਦੇ ਤੇ ਚੱਲਦੇ ਆਂ, ਤੁਰਦੇ ਆਂ ਜਿਹੜੇ, ਇਹ ਵੀ ਇਸ ਵਾਹਿਗੁਰੂ ਦੇ ਲੇਖੇ ਵਿੱਚ ਹੈ ਵੀ ਤੁਰਿਆ ਜਾਂਦਾ, ਇਹ ਕਿੱਧਰ ਨੂੰ ਦੇਖਦਾ ਜਾਂਦਾ ਹੈ, ਇਹ ਦੇਖਣੀ ਵਿੱਚ ਕੀ ਇਹ ਦੇਖ ਰਿਹਾ, ਬੁਰਾ ਦੇਖ ਰਿਹਾ ਹੈ, ਭਲਾ ਦੇਖ ਰਿਹਾ ਹੈ, ਚਿਤਵਣੀ ਕੀ ਕਰ ਰਿਹਾ। ਕਹਿੰਦੇ ਲੇਖੇ ਚ ਆਏ, ਇਹ ਨਾ ਸਮਝ ਮੈਂ ਜਿੱਧਰੋਂ ਮਰਜ਼ੀ ਦੇਖੀ ਜਾਵਾਂ, ਮੈਨੂੰ ਕਿਹੜਾ ਕੋਈ ਹੋਰ ਦੇਖਣ, ਸਤ ਸੁਣਦਾ ਸਤ ਵੇਖਦਾ, ਇਹ ਵੀ ਲੇਖੇ ਚ ਆ। ਉਹ ਤੋਂ ਬਾਅਦ ਇੱਕ ਕਦਮ ਵੀ ਚੱਲ ਨਹੀਂ ਸਕਦਾ। ਵਾਹਿਗੁਰੂ ਦਾ ਹੁਕਮ ਆ ਜਾਵੇ, ਦੜਮ ਦੇ ਕੇ ਤੁਰਿਆ ਜਾਂਦੇ ਡਿੱਗ ਜਾਂਦਾ। ਜਿੰਨੇ ਵੀ ਅਸੀਂ ਬਚਨ ਸੁਣਦੇ ਹਾਂ ਤੇ ਇਹ ਵੀ ਸਾਰੇ ਲੇਖੇ ਦੇ ਵਿੱਚ ਨੇ। ਕੀ ਸੁਣਿਆ, ਨਿੰਦਿਆ ਸੁਣੀ ਉਹ ਵੀ ਲੇਖੇ ਚ, ਉਸਤਤ ਸੁਣੀ ਉਹ ਵੀ ਲੇਖੇ ਵਿੱਚ ਹੈ। ਕੋਈ ਬਚਨ ਨਹੀਂ ਸੁਣਿਆ ਜਾ ਸਕਦਾ ਉਹਦੀ ਕਿਰਪਾ ਤੋਂ ਬਿਨਾਂ। ਜੋ ਵੇਖਦੇ ਆ ਉਹ ਵੀ ਲੇਖੇ ਵਿੱਚ ਹੈ, ਤੇ ਨੇਤਰ ਬੰਦ ਕਰਕੇ ਤਾਂ ਕੁਝ ਦਿਖਾਈ ਨਹੀਂ ਦਿੰਦਾ ਹੈ, ਤੇ ਉਹਦੇ ਲੇਖੇ ਵਿੱਚ ਇਸ ਪ੍ਰਕਾਰ ਕਈਆਂ ਦਾ ਵਿਚਾਰ ਹੁੰਦਾ ਹੈ ਕਿ ਅਸੀਂ ਇੰਨੇ ਸਮੇਂ 'ਚ ਇੰਨਾ ਪਿੰਡਾ ਚੱਲਾਂਗੇ, ਪਰ ਜੇ ਵਾਹਿਗੁਰੂ ਦਾ ਹੁਕਮ ਨਾ ਹੋਵੇ ਰਸਤੇ 'ਚ ਪ੍ਰਾਣ ਨਿਕਲ ਜਾਂਦੇ ਨੇ, ਜਾਂ ਰਸਤੇ 'ਚ ਐਕਸੀਡੈਂਟ ਹੋ ਜਾਂਦਾ ਹੈ, ਫੱਟੜ ਹੋ ਜਾਂਦੇ, ਕੋਈ ਹੋਰ ਭਾਣਾ ਵਰਤ ਜਾਂ ਕੋਈ ਜਾਨਵਰ ਪੈ ਗਿਆ, ਵੱਧ ਘੱਟ ਨਹੀਂ ਚੱਲ ਸਕਦਾ। ਇਹ ਵੀ ਉਹਦੇ ਹੁਕਮ 'ਚ ਹੈ। ਬਾਟਾਂ ਵੀ ਉਹਦੇ ਲੇਖੇ 'ਚ ਨੇ। ਰਸਤੇ ਮੈਂ ਇੰਨਾ ਚਿਰ ਗਿਆਨ ਸੁਣਾਂਗਾ, ਇੰਨਾ ਚਿਰ ਧਿਆਨ ਲਾ ਕੇ ਬੈਠਾਂਗਾ, ਇਹ ਉਹਦੇ ਲੇਖੇ ਦੇ ਵਿੱਚ ਹੈ। ਜਿਹੜਾ ਸਾਧ ਸੰਗਤ ਦੇ ਰਸਤੇ ਤੇ ਚੱਲਣਾ ਹੈ, ਇਹ ਬਾਟ ਰਸਤਾ ਲੇਖੇ ਹਿਸਾਬ ਦੇ ਵਿੱਚ ਹੈ। ਅਸਲ ਉਹ ਪੈਰ ਸਫਲ ਨੇ ਜੋ ਸਤਸੰਗ ਵੱਲ ਚੱਲਦੇ, ਆਪਣੇ ਆਪ ਨੂੰ ਭਾਉ ਭਗਤੀ ਪ੍ਰੇਮਾ ਭਗਤੀ ਜਿਹੜੀ ਆ ਉਹਦੇ ਚ ਲਾਉਣਾ ਲੇਖੇ ਦੇ ਵਿੱਚ ਹੈ। ਇਹ ਪ੍ਰਵਾਨਿਕ ਹੈ। ਲੇਖੇ ਤੋਂ ਭਾਵ ਪਰਮੇਸ਼ਰ ਦੇ ਜਸ ਨੂੰ ਸੁਣਨਾ, ਇਹ ਪ੍ਰਵਾਨਿਕ ਹੈ। ਸੰਗਤ ਦੇ ਦਰਸ਼ਨ ਕਰਨੇ ਨੇਤਰਾਂ ਦੁਆਰਾ ਨੇਤਰ ਸਫਲ ਹੁੰਦੇ ਨੇ, ਨਹੀਂ ਤਾਂ ਫਿਰ ਨੈਣ ਨਾ ਦੇਖੇ ਸਾਧ ਸੇ ਨੈਣ ਵਿਹਾਲਿਆ, ਕਰਨ ਸੁਣੀ ਨਾਦ ਕਰਨ ਮੁਦ ਘਾਲਿਆ। ਲੇਖੇ ਦੇ ਵਿੱਚ ਹੈ ਸਾਰਾ ਕੁਛ। ਇਹ ਪਿਤਾ ਜੀ ਲੇਖਾ ਸਾਹ ਲਵਾਈਐ, ਪੜ੍ਹੇ ਕੇ ਪੁੱਛਣ ਜਾਓ। ਇੱਥੇ ਫਿਰ ਪੜ੍ਹੇ ਪਾਠ ਕਰਨਾ, ਪੜ੍ਹੇ ਨਾ ਹੋ ਜਵੇ, ਧਿਆਨ ਰੱਖਣਾ ਭਾਈ। ਜਿਤਨੇ ਵੀ ਜੀਵ ਸਾਹ ਸਵਾਸ ਲਵਾਈ ਹੈ ਲੈਂਦੇ ਨੇ, ਇਹ ਲੇਖੇ ਦੇ ਵਿੱਚ ਨਾ। ਇੱਕ ਵੀ ਸਵਾਸ ਲੇਖੇ ਤੋਂ ਬਾਹਰ ਨਹੀਂ ਹੈ। ਇੱਕ ਇੱਕ ਸਵਾਸ ਦੀ ਗਿਣਤੀ ਆ ਵਾਹਿਗੁਰੂ ਦੇ ਦਰ ਦੇ ਉੱਤੇ। ਜਿੰਨੇ ਸਵਾਸਾਂ ਨਾਲ ਨਾਮ ਜਪਿਆ ਉਹ ਲੇਖੇ ਵਿੱਚ ਪਈ ਜਾਂਦੇ ਨੇ, ਹਿਸਾਬ 'ਚ ਪਈ ਜਾਂਦੇ ਆ। ਜਿੰਨੇ ਸਵਾਸਾਂ ਦੀ ਬਰਬਾਦੀ ਕੀਤੀ, ਨਿੰਦਿਆ ਚੁਗਲੀ ਕਰਕੇ, ਗਲਤ ਬੋਲ ਕੇ, ਪਾਪ ਚਿਤਵੇ, ਇਹ ਸਾਰਾ ਕੁਝ ਲੇਖੇ ਦੇ ਵਿੱਚ ਹੈ। ਪਰਮਾਤਮਾ ਦੇ ਲੇਖੇ ਤੋਂ ਬਾਹਰ ਨਹੀਂ ਜਾ ਸਕਦਾ, ਉਹਦੇ ਹਿਸਾਬ ਵਿੱਚ ਆ ਰਿਹਾ। ਉਹਦੀ ਮਰਜ਼ੀ ਤੋਂ ਬਿਨਾਂ ਇੱਕ ਸਵਾਸ ਨਹੀਂ ਲੈ ਸਕਦਾ ਕੋਈ। ਮਹਾਰਾਜ ਕਹਿੰਦੇ, ਹੇ ਪਿਤਾ ਜੀ, ਜੇ ਤੁਹਾਨੂੰ ਮੇਰੇ ਤੇ ਇਤਬਾਰ ਨਹੀਂ, ਮੈਂ ਤਾਂ ਤੁਹਾਡਾ ਪੁੱਤਰ ਹਾਂ, ਤੁਸੀਂ ਪੜ੍ਹਿਆ ਨੂੰ ਜਾ ਕੇ ਪੁੱਛ ਲਓ। ਫਿਰ ਆਖੇ ਪੁੱਤਰ ਕਿੱਥੇ ਪੁੱਛਾਂ? ਕਹਿੰਦੇ ਵੇਦ ਵਿਆਸ ਵਰਗੇ ਨੇ ਗ੍ਰੰਥ ਰਚੇ ਵੇ ਨੇ, ਉਹ ਪੜ੍ਹ ਲਓ ਤੁਸੀਂ, ਜਾਂ ਕਿਸੇ ਦੇ ਕੋਲੋਂ ਪੜ੍ਹਾ ਕੇ ਦੇਖ ਲਓ ਵੀ ਕੀ ਕਹਿੰਦੇ ਆ। ਸਾਰੀ ਧਾਰਮਿਕ ਗ੍ਰੰਥ ਇਹੀ ਗੱਲ ਕਹਿੰਦੇ ਜਿਹੜੀ ਮੈਂ ਕਹਿ ਰਿਹਾ ਹਾਂ। ਕਹਿੰਦੇ ਪੜ੍ਹਿਆ ਨੂੰ ਵੀ ਕੀ ਪੁੱਛਣ ਜਾਣਾ ਹੈ, ਆਪ ਪੜ੍ਹ ਕੇ ਦੇਖ ਲਓ, ਚਾਹੇ ਪੁੱਛ ਲਓ, ਤੇ ਉਹੀ ਗੱਲ ਕਹਿਣਗੇ।
ਕਿ ਵਾਹਿਗੁਰੂ ਦੇ ਹਿਸਾਬ ਦੇ ਵਿੱਚ ਸਾਰੇ ਸਵਾਸ ਲੇਖੇ ਦੇ ਵਿੱਚ ਮਿਲਦੇ ਜਿਹੜਾ ਨਾਮ ਜਪਦਾ ਹੈ, ਤੇ ਵੱਧ ਘੱਟ ਕੋਈ ਸਵਾਸ ਨਹੀਂ ਲੈ ਸਕਦਾ। ਨਾਨਕ ਹਾਲੇ ਸਭ ਦੇ ਵਿਸਾਸ ਨਾ ਵੱਢਣ ਘਟਣ ਤਿਲ ਸਾਰ, ਤਿਲ ਜਿੰਨੀ ਉਮਰ ਵੱਧਦੀ ਘਟਦੀ ਨਹੀਂ ਹੈ। ਪੜ੍ਹ ਕੇ ਵੇਖ ਲਓ, ਪੜ੍ਹਿਆਂ ਨੂੰ ਪੁੱਛਣ ਜਾਣਾ ਤੇ ਸਮਝ ਲਓ ਇਸ ਗੱਲ ਨੂੰ। ਉਹ ਸਾਹ ਸਵਾਸ ਸਫਲੇ ਨੇ ਜਿਨ੍ਹਾਂ ਦੁਆਰਾ ਪਰਮੇਸ਼ਰ ਦਾ ਜਸ ਗਾਇਆ ਜਾਂਦਾ ਹੈ ਜਾਂ ਉਚਾਰਿਆ ਜਾਂਦਾ ਹੈ। ਬਾਕੀ ਸਵਾਸ ਵਿਅਰਥ ਹੋ ਗਏ। ਨਾਮਹੀਣ ਅਸਵਾਸ ਸਹਿਤ ਹੈ। ਜਿਹੜਾ ਨਾਮ ਨਹੀਂ ਜਪਦਾ, ਕਹਿੰਦੇ ਸਾਹ ਤਾਂ ਆ ਰਹੇ ਨੇ ਉਹਨੂੰ, ਤੇ ਹੈ ਕਿਵੇਂ? ਜੇਵਤ ਪਸਰਾ ਫੂਕ ਬਹਿਤ ਹੈ। ਆਓ, ਲੁਹਾਰਾਂ ਦੇ ਕੋਲ ਇੱਕ ਚਮੜੇ ਦਾ ਐਡਾ ਕਬੜਿਆ ਹੁੰਦਾ ਹੈ ਪਾਤਰ, ਉਹਦੇ ਵਿੱਚ ਉਹ ਹਵਾ ਭਰਦੀ ਹੈ ਤੇ ਉਹ ਜ਼ੋਰ ਦੀ ਇਸ ਤਰ੍ਹਾਂ ਧੱਕਦੇ ਆ ਹਵਾ, ਫਿਰ ਉਹ ਭੱਠੀ ਦੇ ਵਿੱਚ ਜਾਂਦੀ ਹੈ, ਲੋਹਾ ਗਰਮ ਹੁੰਦਾ ਹੈ। ਉਹ ਹਵਾ ਉਹਦੇ 'ਚ ਆਈ ਵੀ ਜਾਂਦੀ ਹੈ, ਜਾਈ ਵੀ ਜਾਂਦੀ ਹੈ। ਕਹਿੰਦੇ ਜਿਸ ਤਰ੍ਹਾਂ ਲੁਹਾਰ ਦਾ ਪਸਰਾ ਹੈ ਨਾ, ਉਹ ਜਿਹੜੀ ਖੱਲੜ ਹੈ, ਕਹਿੰਦੇ ਇਸੇ ਤਰ੍ਹਾਂ ਇਹ ਚਮੜੇ ਦੇ 'ਚ ਸਵਾਸ ਆਈ ਜਾਂਦੇ ਨੇ, ਜਾਈ ਜਾਂਦੇ ਨੇ ਜਿਹੜੇ ਨਾਮ ਤੋਂ ਬਿਨਾਂ। ਉਹ ਤਾਂ ਇਸ ਤਰ੍ਹਾਂ ਜਿਵੇਂ ਲੁਹਾਰ ਦੀ ਖੱਲ ਹੈ, ਉਹ ਬੇਕਾਰ ਹੈ। ਮਤਲਬ ਹਵਾ ਉਹਦੇ 'ਚ ਵੀ ਆਉਂਦੀ ਜਾਂਦੀ ਹੈ ਤੇ ਸਵਾਸ ਸਾਡੇ 'ਚ ਵੀ ਆਉਂਦੇ ਜਾਂਦੇ ਨੇ। ਨਾਮ ਵੀ ਹੁਣ ਸਿਮਰਤ ਤੋਂ ਬਿਨਾਂ, ਤੇ ਉਹ ਇਸ ਪ੍ਰਕਾਰ ਦੀ ਇਹ ਹਾਲਤ ਹੈ। ਪੜ੍ਹੇ ਹੋਏ ਵਿਦਵਾਨ ਜਿਹੜੇ ਨੇ ਉਹਨਾਂ ਨੂੰ ਪੁੱਛ ਲਓ ਜਾਂ ਪੜ੍ਹ ਕੇ ਵੇਖ ਲਓ, ਸ਼ਾਸਤਰਾਂ ਦਾ ਸਿਧਾਂਤ ਇਹੀ ਨਿਕਲੇਗਾ। ਬਾਬਾ ਮਾਇਆ ਰਚਨਾ ਧੋਹ। ਤੇ ਹੇ ਪਿਤਾ ਜੀ, ਕਹਿੰਦੇ ਮਾਇਆ, ਕਿਉਂਕਿ ਬਾਬਾ ਸ਼ਬਦ ਹੈ ਜਿਹੜਾ, ਇਹ ਸ਼ਬਦ ਤਾਂ ਇੱਕ ਹੈ ਪਰ ਪ੍ਰਯੋਗ ਇਹਦਾ ਬਹੁਤ ਥਾਂ ਤੇ ਹੁੰਦਾ ਹੈ। ਬਾਬਾ ਪਿਤਾ ਦੇ ਥਾਂ ਵੀ ਵਰਤ ਹੁੰਦਾ ਹੈ, ਬਾਬਾ ਦਾਦੇ ਦੇ ਥਾਂ ਤੇ ਵਰਤ ਹੁੰਦਾ ਹੈ, ਬਾਬਾ ਭਾਈ ਦੇ ਥਾਂ ਤੇ ਵਰਤ ਹੁੰਦਾ ਹੈ। ਸਤਿਕਾਰਯੋਗ ਸ਼ਬਦ ਹੈ। ਤੋ ਇਸ ਕਰਕੇ ਹੇ ਪਿਤਾ ਜੀ, ਇਹ ਮਾਇਆ ਦੀ ਜਿਹੜੀ ਰਚਨਾ ਹੈ ਧੋਖੇ ਵਾਲੀ ਹੈ। ਧੋ ਨਾਮ ਧੋਖੇ ਦਾ, ਛਲ ਦਾ ਹੈ। ਬੇਅੰਤ ਜੀਵਾਂ ਦੇ ਤਾਂ ਹੀ ਇਸ ਮਾਇਆ ਦੀ ਰਚਨਾ ਨੇ ਛਲਿਆ ਹੈ। ਹੇ ਬਾਬਾ, ਹੇ ਭਾਈ, ਜਿਹੜੀ ਮਾਇਆ ਦੀ ਰਚਨਾ ਗੁਰਸਿੱਖਾਂ ਨੂੰ ਵੀ ਕਹਿੰਦੇ ਆ, ਇਹ ਧੋਖੇ ਵਾਲੀ ਹੈ, ਛਲਣ ਵਾਲੀ ਹੈ। ਸਾਰੇ ਜੀਵ ਇਸ ਦੇ ਵਿੱਚ ਛਲੇ ਹੋਏ ਹਨ। ਅੰਦਰ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਅੰਧੇ ਇਹ ਨਾ ਆਖਿਆ ਜਿਨ ਮੁਖ ਲੋਇਣ ਨਾਏ, ਅੰਧੇ ਸਹੀ ਨਾਨਕ ਜੇ ਖਸਮੋਂ ਕੁੱਤੇ ਜਾਏ। ਅਗਿਆਨੀ ਜੀਵਾਂ ਨੂੰ ਅੰਨੇ ਕਿਹਾ, ਧੋਖੇ ਵਿੱਚ ਆ ਕੇ ਪ੍ਰਮਾਤਮਾ ਦੇ ਨਾਮ ਨੂੰ ਵਿਸਾਰਿਆ, ਭੁਲਾ ਛੱਡਿਆ। ਨਾ ਤਿਸ ਤੇ ਉਸ ਦਾ ਇਹ ਆ ਮਾਤਲੋਕ ਸੁਧਰਿਆ, ਤੇ ਨਾ ਹੀ ਅੱਗੇ ਭਾਈ ਉਹ ਪਰਲੋਕ ਸੁਧਰਿਆ। ਨਾ ਤਿਸ ਇਹ ਨਾ ਉਹ, ਦੋਨੇ ਹੀ ਗਏ ਉਹਦੇ ਕੋਲੋਂ, ਖਾਲੀ ਹੱਥ ਹੋ ਗਿਆ। ਅੰਧੇ ਅਗਿਆਨੀ ਜੀਵ ਨੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਵੀ 4 ਰੂਪੀ ਨਿਗਾਹ ਤੋਂ ਬਿਨਾਂ ਹੋਣ ਕਰਕੇ ਪਰਮੇਸ਼ਰ ਦਾ ਨਾਮ ਵਿਸਾਰਿਆ, ਭੁਲਾ ਦਿੱਤਾ ਹੈ। ਇਹ ਜੀਵ ਦਾ ਨਾ ਤਾਂ ਇਸ ਲੋਕ ਹੀ ਸੁਧਰਿਆ, ਨਾ ਪਰਲੋਕ ਸੁਧਰਿਆ। ਇਸ ਲੋਕ 'ਚ ਰਹਿੰਦਿਆਂ ਸਿਮਰਨ ਭਜਨ ਕਰਨਾ ਸੀ, ਦਇਆ ਧਰਮ ਦੀ ਕਮਾਈ ਕਰਨੀ ਸੀ, ਤੇ ਇਸ ਕਰਕੇ ਫਿਰ ਉਹ ਕਰਿਆ ਨਹੀਂ। ਸਿਮਰਨ ਭਜਨ ਦਇਆ ਨੇ ਕੀ ਨਹੀਂ, ਤੌਮੁਖ ਚੋਟਾਂ ਖਾਵੇਗਾ, ਤਾਂ ਫਿਰ ਇਹਨੂੰ ਚੋਟਾਂ ਪੈਣੀਆਂ ਨੇ। ਇਸ ਪ੍ਰਕਾਰ ਦੱਸਦੇ ਨੇ, ਅਸਥਾਈ ਦੇ ਕੇ ਕਹਿੰਦੇ ਨੇ, ਕਿਉਂਕਿ ਦਰਗਾਹ ਦੇ ਵਿੱਚ ਨਿਰਾਦਰ ਦੀ ਪ੍ਰਾਪਤੀ ਹੋਊਗੀ ਜੇ ਨਾਮ ਨਹੀਂ ਜਪਿਆ, ਤੇ ਨਾ ਇਸ ਜੀਵ ਨੂੰ ਸਰੂਪ ਦਾ ਤੇ ਨਾ ਹੀ ਚੇਤਨ ਬ੍ਰਹਮ ਦਾ ਗਿਆਨ ਹੋਇਆ, ਜੋ ਸਾਰਿਆਂ ਦੇ ਨਾਲ ਸੱਤਾ ਮਾਤਰ ਹੈ। ਆਤਮਾ ਰੂਪ ਨਾ ਉਹ ਈਸ਼ਵਰ ਦਾ ਗਿਆਨ, ਤੇ ਨਾ ਹੀ ਤਤਪਦ ਦਾ, ਤੇ ਨਾ ਹੀ ਤੁੰਬਾ ਦਾ ਗਿਆਨ ਹੋਇਆ। ਇਸ ਪ੍ਰਕਾਰ ਫਿਰ ਰਹਾਉ ਸਾਈ ਦੇ ਕੇ ਕਹਿੰਦੇ ਹਨ ਜੇ ਜੀਵਨ ਵਰਣਾ ਜਾਏ ਕੈ, ਇਥੈ ਖਾਜੈ ਕਾਲ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਜੀਵਨ ਮਰਨਾ ਜਾਏ ਕੈ, ਜੀਵਨ ਪੈਦਾ ਹੋ ਕੇ ਜੀਵ ਜਿੰਨਾ ਚਿਰ ਮਰਨ ਤੱਕ ਸਵਾਸ ਚੱਲਦੇ ਨੇ ਜਿਉਂਦਾ ਹੈ, ਉਹਨੂੰ ਕਹਿੰਦੇ ਆ ਨਾ ਵੀ ਸਵਾਸ ਚੱਲਦੇ ਨੇ ਜਿਉਂਦਾ ਹੈ। ਜਿਹੜਾ ਜੀਵ ਇੱਥੇ ਸੰਬੰਧੀਆਂ ਨਾਲ ਮਿਲ ਕੇ ਆਪਣੇ ਕਾਲ ਸਮੇਂ ਨੂੰ ਇੱਥੇ ਤੋਂ ਭਾਵ ਆ ਮਾਤਲੋਕ ਦੇ ਵਿੱਚ ਆਪਣੇ ਸਮੇਂ ਨੂੰ ਖਾਜੈ, ਕਾਲ ਸਮੇਂ ਦਾ ਨਾਮ ਖਾਜੈ ਖਾ ਰਿਹਾ, ਭਾਵ ਕੀ ਹੈ? ਸਮੇਂ ਨੂੰ ਸੰਬੰਧੀਆਂ ਦੇ ਮਿਲਣ ਜੁਲਣ ਦੇ ਵਿੱਚ ਹੀ ਗਵਾ ਰਿਹਾ, ਇਹ ਖਾ ਰਿਹਾ ਸਮੇਂ ਨੂੰ। ਤੇ ਫਿਰ ਜਾਇ ਕੇ ਜਾਂ ਪੈਦਾ ਹੋ ਕੇ ਸਤਿਗੁਰੂ ਦੇ ਉਪਦੇਸ਼ ਦੁਆਰਾ ਜੀਵਨ ਧਾਰ ਕੇ ਜਿਹੜੇ ਮਰਨਾ ਕਰਦੇ ਨੇ, ਜੀਵਨ ਮੁਕਤ ਸੋ ਆਖਿਆ ਮਰ ਜੀਵਾ ਮਰੀਆ। ਹੇ ਭਾਈ, ਉਹ ਇੱਥੇ ਹੀ ਕਾਲ ਨੂੰ ਭਖਣ ਕਰ ਜਾਂਦੇ ਨੇ, ਉਹਨਾਂ ਨੂੰ ਫਿਰ ਕਾਲ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਪ੍ਰਭ ਕੈ ਸਿਮਰਨ ਕਾਲ ਪਰਹਰ ਹੈ। ਤੇ ਇਸ ਪ੍ਰਕਾਰ ਹੈ ਜੇ ਜਿੱਥੇ ਵਹ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ।
ਜਿਸ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਇਹਨੂੰ ਕਚਹਿਰੀ 'ਚ ਬਿਠਾ ਕੇ ਜੀਵ ਨੂੰ ਇਹਦੇ ਕੀਤੇ ਹੋਏ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਸਮਝਾਇਆ ਜਾਂਦਾ ਹੈ ਕਿ ਤੂੰ ਆਹ ਕਰਤੂਤਾਂ ਕਰਕੇ ਆਇਆ ਮਾਤਲੋਕ ਵਿੱਚ। ਉੱਥੇ ਪਰਲੋਕ ਵਿੱਚ ਜਿਹੜੇ ਸੰਬੰਧੀਆਂ ਦੇ ਵਾਸਤੇ ਜੀਵਨ ਤਬਾਹ ਕਰ ਲਿਆ ਤੈਂ, ਆਪਣਾ ਸਵਾਸ ਖਤਮ ਕਰ ਲਏ, ਕਹਿੰਦੇ ਫਿਰ ਤੇਰੇ ਨਾਲ ਜਾਊ ਉੱਥੇ ਕੋਈ, ਜਾਂ ਜਿਹੜੇ ਪਦਾਰਥ ਹਨ ਕੋਈ ਵੀ ਤੇਰੇ ਨਾਲ ਸਾਥ ਸਜਣਾ ਨਹੀਂ ਚੱਲਿਓ ਚੱਲਦਾ, ਨਾ ਕੋਈ ਕਿਸੇ ਦੇ ਨਾਲ ਗਿਆ ਨਾ ਜਾਏਗਾ। ਜਿਸ ਥਾਂ ਪਰਲੋਕ ਵਿੱਚ ਧਰਮਰਾਜ ਦੇ ਕੋਲ ਬੈਠ ਕੇ ਜੀਵਾਂ ਦਾ ਲੇਖਾ ਸਮਝਾਇਆ ਜਾਂਦਾ ਹੈ, ਉਸ ਦਰਗਾਹ ਦੇ ਵਿੱਚ ਕਹਿੰਦੇ ਜਿਹੜੇ ਤਤਵੇਤ ਹੈ ਕੋਈ ਵੀ ਉਹਦੇ ਮਨ ਬੁੱਧ ਆਦਿਕ ਇੰਦਰੀਆਂ ਦੀ ਉਪਾਧੀ ਨਾਲ ਸਾਥ ਲੈ ਕੇ ਨਹੀਂ ਜਾਂਦਾ। ਭਾਵ ਜਿੱਥੇ ਤਤਵੇਤ ਦਾ ਸਰੀਰ ਛੁੱਟ ਜਾਂਦਾ ਹੈ ਤੇ ਉੱਥੇ ਉਪਾਧ ਤੋਂ ਰਹਿਤ ਹੋ ਕੇ ਬ੍ਰਹਮ ਵਿੱਚ ਅਭੇਦ ਹੋ ਜਾਂਦਾ ਹੈ। ਉੱਥੇ ਉਹਨਾਂ ਦਾ ਸੰਚਿਤ ਕਰਮ, ਪ੍ਰਾਲਬਧ ਕਰਮ, ਕਿਰਿਆਮਾਨ ਕਰਮ ਕੋਈ ਵੀ ਕਰਮ ਨਾਲ ਨਹੀਂ ਜਾਂਦਾ, ਕਿਉਂਕਿ ਉਹਨਾਂ ਨੇ ਇੱਥੇ ਹੀ ਕਰਮਾਂ ਦੇ ਸੰਸਕਾਰ ਮੇਟ ਦਿੱਤੇ ਨੇ। ਨਾ ਕੋਈ ਜਨਮੈ ਨਾ ਕੁਛ ਮਰੈ, ਆਪ ਨੇ ਚਲ ਤਾਂ ਆਪ ਹੀ ਕਰੈ। ਇਹ ਬ੍ਰਹਮ ਗਿਆਨੀ ਦੀ ਅਵਸਥਾ ਦਾ ਵੀ ਅਰਥ ਇਹਦੇ ਵਿੱਚ ਹੈ ਜੀ। ਰੋਵਣ ਵਾਲੇ ਜੇਤੜੇ ਸਭ ਬੰਨਹਿ ਪੰਡ ਪਰਾਲ। ਤੇ ਜਿਨ੍ਹਾਂ ਦੇ ਵਾਸਤੇ ਤੂੰ ਜ਼ਿੰਦਗੀ ਬਰਬਾਦ ਕੀਤੀ ਹੈ ਉਹ ਕੀ ਕਰਨਗੇ? ਤੇਰੀ ਲਾਸ਼ ਨੂੰ ਦੇਖ ਕੇ ਰੋਣ ਪਿੱਟਣਗੇ। ਉਹ ਤੈਨੂੰ ਨਹੀਂ ਪਿੱਟਦੇ, ਤੇਰੇ ਧੰਦਿਆਂ ਨੂੰ ਪਿੱਟਦੇ ਨੇ ਵੀ ਹੁਣ ਕੀ ਕਰਾਂਗੇ ਇਹ ਤੋਂ ਬਿਨਾਂ। ਤੇਰਾ ਨਹੀਂ ਉਹਨਾਂ ਨੂੰ ਕੋਈ, ਕਿਉਂਕਿ ਤੂੰ ਉਹਨਾਂ ਵਾਸਤੇ ਸਵਾਸ ਖਤਮ ਕਰ ਦਿੱਤੇ। ਹੁਣ ਜਿੰਨੇ ਸੰਬੰਧੀ ਮਰੇ ਹੋਏ ਰੋਣ ਵਾਲੇ ਨੇ ਇਹ ਸਾਰੇ ਸਭ ਬੰਨੇ ਪੰਡ ਪਰਾਲ। ਇਹ ਪਰਾਲੀ ਦੀਆਂ ਪੰਡਾਂ ਹੀ ਬੰਨਣ ਵਾਲੇ ਨੇ। ਪਰਾਲੀ ਦੇ ਵਿੱਚ ਧਨ ਤਾਂ ਹੁੰਦੇ ਨਹੀਂ, ਕੱਲੀ ਪਰਾਲੀ ਹੈ, ਦਾਣੇ ਥੋੜੀ ਹੁੰਦੇ ਨੇ। ਤੇ ਇਸੇ ਪ੍ਰਕਾਰ ਇਹ ਰੋਣ ਵਾਲਿਆਂ ਦੇ ਵਿੱਚ ਗਿਆਨ ਦੇ ਦਾਣੇ ਤਾਂ ਹੈ ਨਹੀਂ, ਪਰਾਲੀ ਆ ਖਾਲੀ। ਤੋ ਇਸ ਕਰਕੇ ਜੋ ਰੋਵੇ ਸੋ ਆਪਣੀ ਬਤ ਖੋਵੇ। ਤੇ ਇਸ ਪ੍ਰਕਾਰ ਇਹ ਜਿਹੜੇ ਸਾਰੇ ਫੋਕੀਆਂ ਗੱਲਾਂ ਕਰਨ ਵਾਲੇ ਨੇ ਪਰਾਲੀਆਂ ਦੀ ਨਿਆਈ, 4 ਦਿਨ ਕਰਕੇ ਫਿਰ ਹੱਸ ਕੇ ਗੱਲਾਂ ਕਰਨ ਲੱਗ ਜਾਂਦੇ। ਪਹਿਲਾਂ ਰੋ ਕੇ ਗੱਲਾਂ ਕਰਨਗੇ, ਫਿਰ ਹੱਸ ਕੇ ਕਰਿਆ ਕਰਨਗੇ ਵੀ ਐਂ ਹੁੰਦਾ ਸੀ। ਇਸ ਕਰਕੇ ਕੋਈ ਕਾਂ ਕੋ ਨਹੀਂ, ਇਹ ਪਰਾਲੀ ਧਾਨ ਨਹੀਂ ਹੈ। ਇਹਦੇ ਵਿੱਚ ਰੋਵਣ ਵਾਲੇ ਜਿੰਨੇ ਨੇ ਗੱਲਾਂ ਗਿਆਨ ਦੀਆਂ ਨਹੀਂ ਹੈ, ਉਹਨਾਂ ਦੇ ਵਿੱਚ ਧੰਦਾ ਪਿੱਟ ਹੋ ਭਾਈ ਹੋ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ। ਮਰਨ ਵਾਲਾ ਤਾਂ ਸੁਣਦਾ ਨਹੀਂ, ਰੋਣਾ ਕਿਹਨੂੰ ਸੁਣਾਉਂਦੇ ਨੇ? ਸੁਣਨ ਵਾਲੇ ਕਹਿਣ ਜੀ ਬੜਾ ਮੋਹ ਕਰਦਾ ਹੈ। ਕਈ ਇਹ ਪਖੰਡ ਦਾ ਰੋਣਾ ਹੈ, ਕਈ ਦਿਲੋਂ ਰੋਂਦੇ ਨੇ। ਰੋ ਕੇ ਕੀ ਕਰ ਲਓਗੇ? ਫਿਰ ਜਿਉਂਦਾ ਹੋ ਜੂ। ਉਹ ਅਗਿਆਨ ਹੈ ਸਭ ਬਿਰਖਾ ਹੇਠ ਸਭ ਜਨ ਤੇ ਇਕੱਠੇ ਤਤੇ ਇੱਕ ਬੋਲੇ ਮਿੱਠੇ, ਅਸ ਤੋਂ ਦੂਤ ਭਇਆ ਉੱਠ ਚਾਲਿਆ ਜਿਉਂ ਜਿਉਂ ਔਦ ਵਿਹਾਣੀਆਂ। ਇਸ ਸੰਸਾਰ 'ਚ ਕੋਈ ਕਿਸੇ ਦਾ ਨਹੀਂ ਹੈ। ਤੇ ਇਸ ਕਰਕੇ ਇੱਕ ਨਾਮ ਹੈ ਸਾਡਾ, ਨਾਮ ਸੰਗੀ ਸੋ ਮਨ ਨਾ ਵਸਾਇਓ। ਜਿਹਨੇ ਨਾਲ ਜਾਣਾ ਉਹਨੂੰ ਕਦੇ ਆਪਣਾ ਸਾਥੀ ਬਣਾਇਆ ਨਹੀਂ। ਜਿਹੜਾ ਸਹਾਇਤਾ ਕਰਨ ਵਾਲਾ ਪਿਆਰ ਕਰੀਦਾ ਉਹਦੇ ਨਾਲ। ਤੇ ਇਸ ਕਰਕੇ ਨਾਮ ਦੇ ਨਾਲ ਪਿਆਰ ਕਰਨਾ ਚਾਹੀਏ। ਇਹ ਸਿਧਾਂਤ ਦੱਸਦੇ ਹਨ। ਸਭ ਕੋ ਆਖੈ ਬਹੁਤ ਬਹੁਤ, ਘਟ ਨ ਆਖੈ ਕੋਇ। ਸਾਰੇ, ਸਭ ਤੋਂ ਭਾਵੈ ਸਾਰੇ, ਸਭ ਕੋਈ ਜੀਵ ਜਿਹੜੇ ਆਖੇ ਕਹਿੰਦੇ ਨੇ ਮੈਨੂੰ ਬਹੁਤ ਜ਼ਿਆਦਾ ਜਿਉਣਾ ਹੋਵੇ, ਮੈਨੂੰ ਕਦੇ ਮੌਤ ਹੀ ਨਾ ਆਵੇ, ਮਰਾਂ ਹੀ ਨਾ ਮੈਂ, ਮੇਰਾ ਬਹੁਤ ਜਸ ਪ੍ਰਤਾਪ ਹੋ ਜਵੇ। ਕੋਈ ਵੀ ਘੱਟ ਥੋੜਾ ਜਿਉਣਾ ਨਹੀਂ ਚਾਹੁੰਦਾ, ਕੋਈ ਵੀ ਥੋੜਾ ਜਸ ਨਹੀਂ ਚਾਹੁੰਦਾ। ਆਖਦੇ ਨੇ, ਮੰਗਣਾ ਕਰਦੇ ਨੇ। ਸਭ ਸਾਰੇ ਕੋਈ ਉਸ ਪਰਮੇਸ਼ਰ ਨੂੰ ਬਹੁਤ ਬਹੁਤ ਬੇਅੰਤ ਬੇਅੰਤ ਹੀ ਆਖਦੇ ਨੇ। ਕੋਈ ਵੀ ਘੱਟ ਨਹੀਂ ਆਖਦਾ। ਐਸਾ ਜੋ ਪਰਮੇਸ਼ਰ ਹੈ ਕੀਮਤ ਕਿਨੈ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਉਸ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਕਿਸੇ ਕੋਲੋਂ ਨਹੀਂ ਪਾਈ ਜਾ ਸਕਦੀ, ਨਹੀਂ ਪਾਈ ਜਾਂਦੀ, ਕਿਉਂਕਿ ਉਹ ਬੇਅੰਤ ਹੈ। ਮੁਖ ਦੁਆਰਾ ਕਹਿਣ ਨਾਲ ਪਰਮੇਸ਼ਰ ਵੱਡਾ ਨਹੀਂ ਹੋ ਜਾਂਦਾ, ਕਿਉਂਕਿ ਉਹ ਪਹਿਲਾਂ ਹੀ ਵੱਡਾ ਹੈ। ਕਹਿਣ ਨਾਲ ਥੋੜੀ ਵੱਡਾ ਹੋਊਗਾ, ਉਹ ਹੈ ਹੀ ਵੱਡਾ, ਪਹਿਲਾਂ ਹੀ ਵੱਡਾ ਹੈ। ਉਹ ਕਿਸੇ ਦੁਆਰਾ ਵਡਿਆਈ ਕਰਨ ਕਰਕੇ ਵੱਡਾ ਨਹੀਂ ਬਣਦਾ, ਨਿੰਦਿਆ ਕਰਨ ਕਰਕੇ ਉਹ ਘਟਦਾ ਵੀ ਨਹੀਂ ਹੈ। ਜੇ ਸਭ ਮਿਲ ਕੇ ਆਖਣ ਵਾਹ ਇਹ ਵੱਡਾ ਨਾ ਹੋਵੇ, ਘਟ ਨਾ ਜਾਏ, ਸਾਰੇ ਮਿਲ ਕੇ ਕਹਿਣ ਨੂੰ ਉਸਤਤ ਕਰਨ ਫਿਰ ਵੱਡਾ ਨਹੀਂ ਹੋ ਜਾਊਗਾ। ਸਾਰੇ ਮਿਲ ਕੇ ਨਿੰਦਿਆ ਕਰਨ ਲੱਗੇ ਫੇਰ ਕੀ ਹੋ ਜੂ? ਘਾਟਾ ਨਹੀਂ ਪੈਂਦਾ ਉਹਨੂੰ ਕੋਈ। ਨਾ ਘਾਟ ਹੈ ਨਾ ਵਾਟ ਹੈ, ਨਾ ਘਾਟ ਬਾਟ ਹੋਤ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਨ ਕੀਤਾ ਹੈ, ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ। ਇਹ ਭਾਈ ਧਿਆਨ ਰੱਖਣਾ ਸਾਰਿਆਂ ਨੇ, ਜਿਹੜੇ ਪੋਥੀਆਂ ਪ੍ਰਕਾਸ਼ ਕਰਕੇ ਨਾਲ ਸੰਥਾ ਵੀ ਲੈ ਰਹੇ ਹੋ, ਵੀ ਇੱਥੇ
ਸੱਸੇ ਨੂੰ ਕੰਨਾ ਹੈ, ਹਾਹੇ ਨੂੰ ਕੋਈ ਮਾਤਰਾ ਨਹੀਂ ਹੈ। ਇਹਨੂੰ ਸਿਹਾਰੀ ਨਹੀਂ ਹੈ, ਇਸ ਕਰਕੇ ਸਿਹਾਰੀ ਬੋਲਣੀ ਨਹੀਂ। ਸਾਚਾ ਸਾਹਿਬ, ਇਹਨੂੰ ਐਂ ਬੋਲਣਾ ਹੈ, ਸਾਹਿਬ ਨਹੀਂ ਕਹਿਣਾ, ਸਿਹਾਰੀ ਲੱਗ ਜੂ ਜੇ ਸਾਹਿਬ ਕਹਿ ਦਿੱਤਾ। ਸਾਚਾ ਸਾਹਿਬ ਏਕ ਤੂੰ ਦੇ ਉੱਤੇ ਟਿੱਪੀ ਨਹੀਂ ਲੱਗਣ ਦੇਣੀ, ਤੂੰ ਸ਼ਬਦ ਹੈ। ਸਾਹ ਪਾਠ ਇੱਥੇ ਸੁੱਧ ਹੈ, ਪੁਰਾਤਨ ਬੀੜਾਂ ਚ ਭਾਈ ਇਹੀ ਪਾਠ ਹੈ, ਤੇ ਹੁਣ ਵਾਲੇ ਬਾਅਦ ਘੱਟ ਕਰੀ ਜਾਂਦੇ ਨੇ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਹੇ ਪ੍ਰਭੂ, ਇੱਕ ਸੱਚਾ ਸਾਹਿਬ, ਮਾਲਕ ਹੈ ਤੂੰ ਸਾਰਿਆਂ ਦਾ। ਭੂਤਕਾਲ ਵਿੱਚ ਇੱਕੋ ਤੂੰ ਸੀ, ਹੁਣ ਵੀ ਇੱਕੋ ਹੀ ਤੂੰ ਹੈ, ਭਵਿੱਖਤਵਾਲ ਵੀ ਤੂੰ ਹੀ ਹੋਏਗਾ। ਹੋਰ ਕਿਤੇ ਕਿਤਨੇ ਹੀ ਜੀਵ ਜਿਹੜੇ ਨੇ ਖੰਡਾਂ ਬ੍ਰਹਮੰਡਾਂ ਦੇ ਸਾਰੀ ਜਗ੍ਹਾ, ਇਹ ਸਾਰੇ ਲੋਕਾਂ ਦਾ ਨਾਮ ਹੈ, ਤੇਰੀ ਆਗਿਆ ਵਿੱਚ ਨੇ। ਸਾਰਿਆਂ ਨੂੰ ਤੇਰੀ ਚੇਤਨ ਸੱਤਾ ਦਾ ਲੋ ਨਾਮ ਪ੍ਰਕਾਸ਼ ਦਾ ਵੀ ਹੁੰਦਾ। ਤੇਰਾ ਪ੍ਰਕਾਸ਼ ਹੈ ਸਾਰਿਆਂ ਨੂੰ। ਤੇਰੀ ਸੱਤਾ ਤੋਂ ਬਿਨਾਂ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜੀਭ ਬੋਲ ਨਹੀਂ ਸਕਦੇ। ਇਹ ਤੇਰੀ ਕਿਰਪਾ ਨਾਲ ਹੋ ਰਿਹਾ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ। ਤੇ ਨੀਚਾਂ ਦੇ ਅੰਦਰ ਨੀਚ ਜਾਤੀਆਂ ਜਿਹੜੀਆਂ ਬ੍ਰਾਹਮਣਾਂ ਨੇ ਪੈਦਾ ਕਰ ਲਈਆਂ, ਤੇ ਇਹਨਾਂ ਦੀਆਂ ਬਣਾਈਆਂ ਹੋਈਆਂ ਨੇ ਭਾਈ। ਮਨੁੱਖ ਨੂੰ 4 ਥਾਵਾਂ ਤੇ ਵੰਡ ਲਿਆ ਹੈ, ਤੇ ਇਸ ਕਰਕੇ ਦੱਸਦੇ ਨੇ ਨੀਚੀ ਹੂੰ ਅਤ ਨੀਚ। ਨੀਚਾਂ ਦੇ ਵਿੱਚ ਹੋਰ ਵੀ ਨੀਚ ਜਾਤਾਂ ਕਥਨ ਕੀਤੀਆਂ ਜਾਂਦੀਆਂ ਹਨ। ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ। ਮੈਂ ਤਾਂ ਭਾਈ ਉਹਨਾਂ ਦਾ ਸਾਥੀ ਹਾਂ, ਤੇ ਜਿਹੜਿਆਂ ਨੂੰ ਬ੍ਰਾਹਮਣਾਂ ਨੇ ਨੀਚ ਤੋਂ ਨੀਚ ਕਹਿ ਦਿੱਤਾ, ਤੇ ਜਿਹੜੇ ਵੱਡੇ ਬ੍ਰਾਹਮਣ ਹੋ ਤੁਸੀਂ, ਵੱਡਿਆ ਸਿਓ ਕਿਆ ਰੀਸ। ਮੈਂ ਤਾਂ ਭਾਈ ਗਰੀਬਾਂ ਦਾ, ਤੁਹਾਡੀ ਕਾਹਦੀ ਰੀਸ ਕਰਨੀ ਹੈ? ਤੁਹਾਡੀ ਵਡਿਆਈ ਜਿਹੜੀ ਹੈ, ਤੁਸੀਂ ਹੰਕਾਰੀ ਹੋ। ਇਹਨੂੰ ਇੱਕ ਤਾਂ ਪਾਠ ਹੈ ਜਿਹੜਾ ਆੜਾ ਤੇ ਤੱਤਾ, ਤੱਤੇ ਨੂੰ ਸਿਹਾਰੀ ਹੈ ਅਤ, ਇਹਨੂੰ ਅਤ ਨਾ ਬਣ ਜਾਏ, ਇਹਨੂੰ ਪੋਲਾ ਜਿਹਾ ਪਾਠ ਕਰਨਾ ਹੈ। ਤੋ ਇਸ ਕਰਕੇ ਤੇ ਅਤ ਪਾਠ ਜਿਹੜਾ ਇਹਦਾ ਧਿਆਨ ਰੱਖਣਾ ਹੈ। ਨੀਚੀ ਹੂੰ ਅਤ ਨੀਚ, ਇਸ ਪਾਠ ਦੀ ਗੱਲ ਹੈ। ਤੋ ਇਸ ਦੇ 2-3 ਅਰਥ ਬਣਦੇ ਹੈ। ਨੀਚਾ ਅੰਦਰ ਨੀਚ ਜਾਤ, ਨੀਵੀਂ ਜਾਤੀ ਵਾਲੇ ਲੋਕ, ਨੀਚੀ ਨੀਵੀਂ ਹੋਂ ਤੋਂ ਵੀ ਅਤਿਅੰਤ ਨੀਚ ਨੀਵੇਂ। ਇਹ ਵਿਤਕਰੇ ਕਰਨ ਵਾਲਿਆਂ ਬ੍ਰਾਹਮਣਾਂ ਨੇ ਕੀ ਕਰਿਆ ਹੈ? ਕਹਿੰਦੇ ਵੀ ਬ੍ਰਾਹਮਣ ਸਭ ਤੋਂ ਸ੍ਰੇਸ਼ਟ ਨੇ, ਬ੍ਰਾਹਮਣਾਂ ਦੀ ਮੁਕਾਬਲੇ ਛਤਰੀ ਨੀਚ ਨੇ, ਉਹ ਨੀਵੇਂ ਨੇ। ਇਹ ਪਤਾ ਨਾ ਵਿਤਕਰਾ ਵੀ ਬ੍ਰਾਹਮਣ ਤਾਂ ਹੋ ਗਏ ਪਵਿੱਤਰ, ਛਤਰੀ ਜਿਹੜੇ ਨਹੀਂ, ਛਤਰੀਆਂ ਦੇ ਮੁਕਾਬਲੇ ਵਿੱਚ ਕਹਿੰਦੇ ਵੈਸ਼ ਨੀਚ ਨੇ, ਵੈਸ਼ਾਂ ਦੇ ਮੁਕਾਬਲੇ 'ਚ ਕਹਿੰਦੇ ਸ਼ੂਦਰ ਨੀਚ ਨੇ। ਤੇ ਇਸ ਤਰ੍ਹਾਂ ਇਹਨਾਂ ਨੇ ਸੂਦਰਾਂ ਨੂੰ ਸਭ ਤੋਂ ਵੀ ਨੀਵੇਂ ਮੰਨ ਲਿਆ। ਹੁਣ ਇੱਥੇ ਸੂਦਰਾਂ ਚੋਂ ਲੈਣਾ ਹੈ ਨਾਮਦੇਵ ਜੀ ਨੂੰ, ਤੇ ਸੂਦਰਾਂ ਤੋਂ ਨੀਵੇਂ ਕਿਹੜੇ ਹੋ ਗਏ? ਜਲਾਹੇ। ਇਹ ਉਹਨੂੰ ਨੀਵੇਂ ਮੰਨਦੇ ਨੇ, ਰਿਸ਼ਤਾ ਨਹੀਂ ਕਰਦੇ, ਕਹਿੰਦੇ ਨੀਵੇਂ ਨੇ, ਘਟੀਆ ਜਾਤ ਹੈ। ਜਲਾਹਿਆਂ ਤੋਂ ਲੈਣਾ ਭਗਤ ਕਬੀਰ ਸਾਹਿਬ ਹੋਏ। ਜਲਾਹਿਆਂ ਤੋਂ ਨੀਵੇਂ ਕੌਣ? ਜਿਹੜੇ ਚਮੜੇ ਦਾ ਕੰਮ ਕਰਨ ਵਾਲੇ, ਚਮਿਆਰ। ਦੇਖੋ ਚਮਿਆਰ ਮਨੁੱਖ ਨੂੰ ਕਹਿਣ ਲੱਗੇ, ਮਨੁੱਖ ਚਮਿਆਰ ਥੋੜੀ ਹੁੰਦਾ ਹੈ। ਚੰਮ ਦਾ ਕੰਮ ਕਰਨ ਵਾਲਾ ਚਾਹੇ ਬਾਹਮਣ ਕਰਨ ਲੱਗ ਜਾਵੇ ਤਾਂ ਵੀ ਚਮਿਆਰ ਹੈ। ਫਿਰ ਜਿਹਦੇ ਆਲਾ ਘਰ ਦੇ ਵਿੱਚ ਚਮੜਾ ਹੈ, ਜਾਂ ਚੰਮ ਦਾ ਹੀ ਮਕਾਨ ਹੈ ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਪਰ ਨਫ਼ਰਤ ਕਰਕੇ ਬ੍ਰਾਹਮਣਾਂ ਨੇ ਚਮਿਆਰ ਚਮਿਆਰ ਕਹਿ ਕੇ ਭੰਡਿਆ। ਚਮਿਆਰਾਂ ਦੇ ਵਿੱਚੋਂ ਭਗਤ ਰਵਿਦਾਸ ਜੀ। ਇਹਨਾਂ ਨੀਚ ਨੀਵੀਆਂ ਜਾਤੀਆਂ ਵਿੱਚੋਂ ਅਤਿਅੰਤ ਨੀਚ ਕੌਣ? ਜਾਤੀ ਵਾਲੇ ਚੰਡਾਲ। ਚੰਡਾਲਾਂ ਦੇ ਵਿੱਚੋਂ ਭੀਲਣੀ ਤੇ ਬਾਲਮੀਕ ਜੀ ਹੋਏ। ਤੇ ਗੁਰੂ ਸਾਹਿਬ ਜੀ ਕਥਨ ਕਰਦੇ ਆ, ਤੇ ਅਸੀਂ ਤਿੰਨ ਕਹਿ ਉਹਨਾਂ ਭਗਤਾਂ, ਨਾਨਕ ਤਿੰਨ ਕਹਿ ਸੰਗ ਸਾਥ, ਉਹਨਾਂ ਭਗਤਾਂ ਦੇ ਸਾਥੀ ਹਾਂ ਅਸੀਂ ਜਿਹੜਿਆਂ ਨੇ ਨਾਮ ਜਪਿਆ। ਉਹ ਬ੍ਰਾਹਮਣਾਂ ਤੋਂ ਚੰਗੇ ਹੋਏ। ਵੱਡੇ ਜਿਹੜੇ ਜਾਤੀ ਵਿਵਾਨੀ ਨੇ, ਆਪਣੇ ਆਪ ਨੂੰ ਵੱਡਿਆ ਮੰਨੀ ਬੈਠੇ ਬ੍ਰਾਹਮਣ ਹੰਕਾਰੀ, ਉਹਨਾਂ ਅਸੀਂ ਉਹ ਨਾਲ ਕਹਿੰਦੇ ਸਾਡੀ ਕੀ ਸਮਾਨਤਾ ਕੀ ਹੈ, ਕੀ ਰੀਸ ਅਸੀਂ ਕਰਨੀ ਆ ਉਹਨਾਂ ਦੀ, ਜਿਹੜੇ ਪਹਿਲਾਂ ਹੀ ਹੰਕਾਰੀ ਨੇ। ਤੇ ਇਸ ਤਰ੍ਹਾਂ ਹੀ ਫਿਰ ਤੇ ਬ੍ਰਹਮ ਤੋਂ ਨੀਵੀਂ ਮਾਇਆ ਹੈ, ਨੀਚਾ ਅੰਦਰ ਨੀਚ ਜਾਤ। ਬ੍ਰਹਮ ਤੋਂ ਨੀਵੀਂ ਮਾਇਆ, ਮਾਇਆ ਤੋਂ ਨੀਵੇਂ ਤਤਨ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਤੱਤਾਂ ਤੋਂ ਨੀਵੇਂ ਕਾਰਜ ਸਰੀਰ, ਸਰੀਰਾਂ ਤੋਂ ਨੀਵੇਂ ਇੰਦਰੀਆਂ, ਇੰਦਰੀਆਂ ਤੋਂ ਨੀਵੇਂ ਪ੍ਰਾਣ, ਪ੍ਰਾਣਾਂ ਤੋਂ ਨੀਵਾਂ ਮਨ ਆਦਿਕ। ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਮਨ ਤੋਂ ਪਰੇ ਬੁੱਧ, ਬੁੱਧ ਤੋਂ ਪਰੇ ਆਤਮਾ। ਉਸ ਆਤਮਾ ਦੇ ਸੰਗ ਸਾਥੀਆਂ, ਨਾਨਕ ਤਿੰਨ ਕੇ ਸੰਗ ਸਾਥ, ਉਹਦੇ ਸਾਥੀਆਂ। ਵੱਡੇ ਦੇਹ ਅਭਿਮਾਨੀ ਜਿਹੜੇ ਨੇ, ਉਹਨਾਂ ਨਾਲ ਸਾਡੀ ਕੀ ਰੀਸ ਹੈ? ਜੈ ਨਾ ਜੈ ਨਾ ਜੈ ਨਾ ਹੋਈ, ਇਸ ਤੇ ਪਰੇ ਸਤ ਹੈ ਸੋਈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ, ਜਿਹਦੇ ਸਰੀਰ ਵਿੱਚ ਪ੍ਰਾਣ, ਮਨ, ਬੁੱਧ, ਪ੍ਰਕਿਰਤੀ ਆਦਿ ਨਹੀਂ ਹੈ, ਪਰਾ ਰੂਪ ਜੋ ਬ੍ਰਹਮ ਹੈ, ਸਤ ਸਰੂਪ ਹੈ, ਅਸੀਂ ਉਹਦੇ ਨਾਲ ਪ੍ਰੀਤੀ ਕਰਨ ਵਾਲੇ ਹਾਂ। ਇਹ ਮਹਾਰਾਜ ਸਾਹਿਬ ਕਹਿੰਦੇ, ਨੀਚਾ ਅੰਦਰ ਨੀਚ ਜਾ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਧ, ਵੱਡਿਆਂ ਸੂ ਕਿਆ ਰੀਸ।
ਜਿਹੜੇ ਸਰੀਰਾਂ ਦੇ ਅੰਦਰ ਤੇ ਵਿੱਚ ਅੰਤਸ਼ਕਰਨ ਦੇ ਅਵਭਾਲ ਵੱਲੋਂ ਨੀਚਾ ਨੀਵੇਂ ਹੋ ਗਏ ਨੇ। ਭਾਵ ਜਾਤ ਅਭਿਮਾਨੀ ਜਿਹੜੇ ਅਭਿਮਾਨ ਸੀ ਉਹਦੇ ਵੱਲੋਂ ਹੋਰ ਨੀਵੇਂ ਹੋ ਗਏ, ਤੇ ਗੁਣਾਂ ਦੇ ਅਭਿਮਾਨ ਤੋਂ ਵੀ ਹੋਰ ਨੀਵੇਂ ਹੋ ਗਏ। ਨੀਚੀ ਹੂੰ ਅਤ ਨੀਚ, ਤੇ ਦੌਲਤ ਦਾ ਅਭਿਮਾਨ ਵੀ ਅਤਿਅੰਤ ਨੀਚ ਨੀਵੇਂ ਹੋ ਗਏ ਨਿਮਰਤਾ ਦੇ ਵਿੱਚ। ਗੁਰੂ ਸਾਹਿਬ ਜੀ ਕਹਿੰਦੇ ਨੇ ਨੀਚਾ ਅੰਦਰ ਨੀਚਾ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ। ਤੇ ਜਿਹੜੇ ਵਿਦਿਆ ਤਾਨ ਪ੍ਰਤਾਪ ਆਦਿ ਦੇ ਹੰਕਾਰ ਤੋਂ ਰਹਿਤ ਨੇ, ਅਸੀਂ ਉਹਨਾਂ ਦੇ ਸੰਗੀ ਸਾਥੀ ਹਾਂ ਜਿਹੜੇ ਵੱਡਿਆਂ ਤੋਂ ਵੱਡੇ ਹੰਕਾਰੀ ਵਿਦਿਆ ਪੜ੍ਹ ਕੇ ਹੋ ਗਏ ਭਾਵੇਂ, ਤੇ ਜਾਂ ਫਿਰ ਗੁਣਾ ਕਰਕੇ ਹੋ ਗਏ। ਉਹਨਾਂ ਦੇ ਨਾਲ ਸਾਡੀ ਕਹਿੰਦੇ ਅਸੀਂ ਕੀ ਰੀਸ ਕਰਨੀ ਹੈ, ਸਾਨੂੰ ਕੀ ਲੋੜ ਹੈ ਉਹਨਾਂ ਦੀ। ਤੇ ਇਸ ਪ੍ਰਕਾਰ ਇਹਦੇ ਬਹੁਤ ਸਾਰੇ ਅਰਥ ਮਹਾਂਪੁਰਖ ਹੈ। ਨੀਚਾ ਅੰਦਰ ਨੀਚ ਆਸ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸੂ ਕਿਆ ਰੀਸ। ਚੌਥੇ ਅਰਥ ਫੇਰ ਕਹਿੰਦੇ ਨੇ ਨੀਚਾ ਅੰਦਰ ਪੰਜਾਂ ਤੱਤਾਂ ਤੋਂ ਨੀਵੇਂ ਕੌਣ? ਸਰੀਰ। ਸਰੀਰਾਂ ਦੇ ਅੰਦਰ ਵਿੱਚ ਜਾਤ ਪੈਦਾ ਹੋਏ ਕੀ? ਨੀਚ ਇੰਦਰੇ। ਨੀਚ ਇੰਦਰੀਆਂ ਹੂੰ ਤੋਂ, ਉਹਨਾਂ ਤੋਂ ਅਤਿਅੰਤ ਕਾਮ ਆਦਿਕ ਜਿਹੜੇ ਵਿਸ਼ੇ ਨੇ, ਤੇ ਫਿਰ ਇਹ ਉਦੋਂ ਨੀਵੇਂ ਹੋ ਗਏ। ਗੁਰੂ ਸਾਹਿਬ ਜੀ ਕਥਨ ਕਰਦੇ ਇਹਨਾਂ ਵਿਸ਼ੇ ਵਿਕਾਰਾਂ ਦੇ ਸੰਗ ਦਾ ਸਾਥੀ ਆ ਜਿਹੜਾ, ਕਹਿੰਦੇ ਉਹ ਵਿਕਾਰੀ ਪੁਰਸ਼ ਵੱਡਿਆਂ ਤੋਂ ਵੀ ਵੱਡਾ ਭਾਵੇਂ ਹੋਵੇ, ਆਪਣੇ ਆਪ ਨੂੰ ਕਹੇ ਉਹ ਬ੍ਰਹਮ ਵੇਤੇ ਮਹਾਂਪੁਰਖਾਂ ਦੀ ਕਿਆ ਰੀਸ ਕਰੂਗਾ, ਕਿਆ ਬਰਾਬਰੀ ਕਰੂਗਾ ਉਹਨਾਂ ਦੀ। ਵੱਡਿਆਂ ਸਿਉਂ ਕਿਆ ਰੀਸ, ਕਾਮੀ ਪੁਰਸ਼ ਕੀ ਰੀਸ ਕਰ ਲੂ ਉਹਨਾਂ ਦੀ। ਇਤਿਆਦਿਕ ਐਸੇ ਭੇਦ ਅਰਥਾਂ ਦੇ ਸੀ ਜੀ। ਜਿੱਥੈ ਨੀਚ ਸਵਾਲਿਆ ਨ ਤਿੱਥੈ ਨਦਰ ਤੇਰੀ ਬਖਸ਼ੀਸ। ਜਿੱਥੇ ਨੀਵੇਂ ਤੇਰੇ ਦਰ ਦੇ ਸੰਭਾਲੇ ਜਾਂਦੇ ਨੇ, ਉਹ ਤੇਰੀ ਨਦਰ ਬਖਸ਼ਿਸ਼ ਹੁੰਦੀ ਹੈ, ਉਹ ਤੇਰੀ ਕਿਰਪਾ ਦੇ ਨਾਲ ਬਖਸ਼ੇ ਜਾਂਦੇ ਨੇ ਮਹਾਰਾਜ। ਜਿਸ ਪ੍ਰਭੂ ਦੇ ਦਰ ਉੱਤੇ ਭਗਤੀ ਵਾਲੇ ਜਿਹੜੇ ਨਿਮਰਤਾ ਵਿੱਚ ਰਹੇ, ਨੀਵਿਆਂ ਦੀ ਸੰਭਾਲ ਹੁੰਦੀ ਹੈ, ਤੂੰ ਉਹਨਾਂ ਦੀ ਸੰਭਾਲ ਕਰਦਾ ਹੈ। ਹੇ ਪ੍ਰਭੂ, ਉੱਥੇ ਤੇਰੀ ਨਦਰੀ ਹੈ, ਬਖਸ਼ਿਸ਼ ਹੈ। ਉਹਨਾਂ ਤੇ ਤੇਰੇ ਦਰ ਤੇ ਬ੍ਰਹਮ ਗਿਆਨ ਦੀ ਬਖਸ਼ਿਸ਼ ਹੁੰਦੀ ਹੈ, ਜਿਵੇਂ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਵਰਗਿਆਂ ਉੱਤੇ ਹੋਈ। ਉਹ ਬ੍ਰਹਮ ਵੇਤੇ ਜਿੱਥੇ ਵੀ ਨੀਵੇਂ ਹੋ ਕੇ ਰਹਿੰਦੇ ਨੇ, ਸਾਰਿਆਂ ਦੇ ਅੰਦਰ ਆਪਣਾ ਬਣ ਕੇ ਚੱਲਣ ਕਰਕੇ ਸਾਰਿਆਂ ਨੂੰ ਅਪਣਾ ਲੈਂਦੇ ਨੇ, ਆਪਣੇ ਬਣ ਕੇ ਸੰਭਾਲਦੇ ਆ। ਉੱਥੇ ਉਹ ਬ੍ਰਹਮ ਗਿਆਨੀ ਨੀਵਿਆਂ ਨੂੰ ਵੀ ਸੰਭਾਲ ਲੈਂਦੇ ਨੇ। ਉੱਥੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਕਰਕੇ ਬ੍ਰਹਮ ਗਿਆਨ ਦੀ ਬਖਸ਼ਿਸ਼ ਹੋ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਸ਼ਬਦ ਹੈ ਜੀ। ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ। ਇਹ ਸ਼ਬਦ ਜਦੋਂ ਮਹਾਰਾਜ ਅਯੁੱਧਿਆ ਤੋਂ ਕਾਂਸੀ ਵਿੱਚ ਜਾ ਕੇ ਗੰਗਾ ਦੇ ਪਵਿੱਤਰ ਕਿਨਾਰੇ ਤੇ ਨਿਵਾਸ ਕੀਤਾ ਨਾ ਗੁਰੂ ਨਾਨਕ ਸਾਹਿਬ ਨੇ, ਉੱਥੇ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਜਸ ਕਰਨਾ ਸ਼ੁਰੂ ਕੀਤਾ। ਸਤਿਗੁਰੂ ਦਾ ਆਉਣਾ ਸੁਣ ਕੇ ਕਾਂਸੀ ਦੇ ਵਿਦਵਾਨ ਬ੍ਰਾਹਮਣ ਇਕੱਠੇ ਹੋ ਕੇ ਆ ਗਏ, ਨਮਸਕਾਰ ਕੀਤੀ, ਕਿਉਂਕਿ ਪਹਿਲਾਂ ਹਾਰ ਚੁੱਕੇ ਸੀ। ਮਹਾਰਾਜ, ਅਸੀਂ ਵੇਦ ਸ਼ਾਸਤਰਾਂ ਨਿਤ ਪ੍ਰਤੀ ਪੜ੍ਹਦੇ ਸੁਣਦੇ ਹਾਂ, ਪਰ ਸਾਡੇ ਹਿਰਦੇ 'ਚ ਸ਼ਾਂਤੀ ਨਹੀਂ ਹੈ। ਕਿਰਪਾ ਕਰੋ ਹੰਕਾਰ ਮਿਟਾ ਦਿਓ। ਮਿਟਦਾ ਨਹੀਂ ਹੈ ਹੰਕਾਰ। ਸਤਿਗੁਰੂ ਨੂੰ ਉਹ ਉਪਦੇਸ਼ ਦਿੱਤਾ, ਇਹ ਸ਼ਬਦ ਉਚਾਰਨ ਕੀਤਾ, ਲੱਭ ਕੁੱਤਾ ਕੂੜ ਚੂੜਾ ਵਾਲਾ। ਇਹ ਤੋਂ ਇਲਾਵਾ ਰਾਏ ਬੁਲਾਰ ਦੇ ਇਹ, ਕਿਉਂਕਿ ਜਿਹੜਾ ਸ਼ਬਦ ਇੱਕ ਤੋਂ ਵਧੇਰੇ ਥਾਂ ਜਾ ਕੇ ਮਹਾਰਾਜ ਨੇ ਉਸੇ ਸ਼ਬਦ ਦੁਆਰਾ ਸਿੱਖਿਆ ਦਿੱਤੀ ਹੈ, ਉਹਦੀ ਫਿਰ ਉਥਾਨਕਾ ਬਦਲ ਜਾਂਦੀ ਹੈ। ਬ੍ਰਹਮ ਗਿਆਨੀ ਤਤਵੇ ਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 28ਵੀਂ ਕਥਾ ਦੇ ਅੰਦਰ ਇਹਦੀ ਅਗਲੀ ਉਥਾਨਕਾ ਵੀ ਮੰਨੀ ਹੈ ਕਿ ਰਾਏ ਬੁਲਾਰ ਨੇ ਮਹਾਰਾਜ ਸਾਹਿਬ ਨੂੰ ਚੇਤੇ ਕੀਤਾ। ਗੁਰੂ ਨਾਨਕ ਸਾਹਿਬ ਜੀ ਕਹੇ, ਉਹਨਾਂ ਬੇਨਤੀ ਕੀਤੀ ਰਾਏ ਬੁਲਾਰ ਨੇ, ਤੁਸੀਂ ਦੁਨੀਆ ਨੂੰ ਤਾਰਨ ਵਾਸਤੇ ਆਏ ਹੋ ਜੀ, ਕਿਰਪਾ ਕਰਕੇ ਮੈਨੂੰ ਪਵਿੱਤਰ ਉਪਦੇਸ਼ ਬਖਸ਼ੋ। ਬੇਨਤੀ ਮੰਨ ਕੇ ਸਤਿਗੁਰੂ ਨੇ ਉਸੇ ਸ਼ਬਦ ਦੁਆਰਾ ਜਿਹੜਾ ਕਾਂਸੀ ਬ੍ਰਾਹਮਣ ਨੂੰ ਤਾਰਿਆ, ਰਾਏ ਬੁਲਾਰ ਨੂੰ ਵੀ ਇਸੇ ਸ਼ਬਦ ਦੁਆਰਾ ਉਪਦੇਸ਼ ਦਿੱਤਾ। ਉਹਦੇ ਕੀ ਕਿਹਾ? ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ। ਲੱਭ ਜਿਹੜਾ ਹੈ ਇਹ ਅਧਿਕ ਸਹਿਤ ਬੋਲਣਾ, ਜੇ ਪੋਲਾ ਬੋਲ ਦਿੱਤਾ ਤਾਂ ਅਰਥ ਦਾ ਅਨਰਥ ਹੋ ਜਾਊਗਾ। ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ। ਤੇ ਮਹਾਰਾਜ ਸਾਹਿਬ ਕਹਿੰਦੇ, ਭਾਈ ਜਿਹੜਾ ਖਾਣ ਦਾ, ਲੱਭ ਦਾ ਅਰਥ ਹੈ ਲਾਲਚ, ਜਿਹੜਾ ਖਾਣ ਦਾ ਲਾਲਚ ਕਰਨਾ ਨਾ, ਤੇ ਇਹ ਖਾਣ ਦੇ ਲਾਲਚੀ ਮਨੁੱਖ ਨੂੰ ਕਹਿੰਦੇ ਇਹ ਸਮਝ ਲਓ ਵੀ ਉਹਦੀ ਕੁੱਤਾ ਬਿਰਤੀ ਹੋ ਗਈ। ਉਸ ਵੇਲੇ ਕੱਲ ਆਈ ਕੁੱਤੇ ਮੋਹੀ, ਉਹਦਾ ਮੂੰਹ ਮਨੁੱਖ ਦਾ ਨਹੀਂ ਰਿਹਾ ਉਹਨਾਂ ਚਿਰ। ਕੁੱਤੇ ਦਾ ਸੁਭਾਅ ਹੁੰਦਾ ਥਾਂ ਥਾਂ ਮੂੰਹ ਪਾਈ ਜਾਣਾ। ਉਹ ਖਾਣ ਦਾ ਲਾਲਚੀ ਵੀ ਇਸੇ ਤਰ੍ਹਾਂ ਕਰਦਾ। ਜਿਹੜਾ ਕੂੜ ਝੂਠ ਬੋਲਣਾ ਇਹ ਚੂੜਾ ਹੈ, ਚੰਡਾਲ ਹੈ ਇਹ। ਮਹਾਰਾਜ ਕਹਿੰਦੇ, ਬ੍ਰਾਹਮਣੋ ਤੁਸੀਂ ਤਾਂ ਮਨੁੱਖ ਨੂੰ ਚੂੜਾ ਕਹਿਣ ਲੱਗੇ,
ਪਰ ਕਹਿੰਦੇ ਮਨੁੱਖ ਚੂੜਾ ਨਹੀਂ ਹੁੰਦਾ। ਚੂੜਾ ਤਾਂ ਬ੍ਰਾਹਮਣ ਵੀ ਹੋ ਸਕਦਾ। ਤੁਸੀਂ ਤਾਂ ਇੱਕ ਜਾਤੀ ਬਣਾਤਾ ਵਿਤਕਰਾ ਵੀ ਆਹ ਚੂੜੇ ਨੇ, ਅਸੀਂ ਬ੍ਰਾਹਮਣ ਹੈ। ਮਹਾਰਾਜ ਕਹਿੰਦੇ ਚੂੜੇ ਤੁਸੀਂ ਵੀ ਹੋ ਸਕਦੇ ਹੋ, ਜੇ ਕ੍ਰੋਧ ਆ ਗਿਆ ਤੁਸੀਂ ਚੂੜੇ ਹੋ। ਤੋ ਇਸ ਕਰਕੇ ਜਾਤੀ ਵਿਤਕਰਾ ਨਾ ਕਰੋ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਇਹ ਚੰਡਾਲ ਹੈ, ਸਾਰਿਆਂ ਦੇ ਤਾਂ ਹੀ ਭ੍ਰਿਸ਼ਟ ਕਰਨ ਵਾਲਾ ਹੈ। ਜੋ ਠੱਗੀ ਮਾਰ ਕੇ ਖਾਂਦੇ ਆ, ਠੱਗ ਖਾਧਾ, ਕਿਸੇ ਨੂੰ ਠੱਗ ਕੇ ਜਿਹੜਾ ਖਾ ਰਿਹਾ ਪਦਾਰਥ, ਕਹਿੰਦੇ ਮੁਰਦਾਰ ਉਹ ਮਰੇ ਹੋਏ ਪਸ਼ੂ ਦਾ ਮਾਸ ਜਿਵੇਂ ਖਾਣ ਵਾਲੇ ਨੂੰ ਬਹੁਤ ਨਿਖਿੱਧ ਮੰਨਦੇ ਆ, ਜਿਹੜਾ ਮਰੇ ਹੋਏ ਪਸ਼ੂ ਦਾ ਮਾਸ ਖਾਂਦੇ ਆ। ਪੁਰਾਣੇ ਸਮੇਂ ਦੇ ਵਿੱਚ ਇਹੋ ਜਿਹੇ ਵਿਅਕਤੀ ਦੇਖੇ ਸੁਣੇ ਗਏ ਆ, ਤੇ ਉਹ ਮਰੇ ਦਾ ਮਾਸ ਖਾ ਲੈਂਦੇ ਸੀ। ਲੋਕੀ ਇੰਨੀ ਘਰਨਾ ਕਰਦੇ ਸੀ, ਉਹਨੂੰ ਕਹਿੰਦੇ ਸੀ ਇਹ ਸਾਰਿਆਂ ਤੋਂ ਮਾੜਾ ਬੰਦਾ ਹੈ, ਇਹਨੇ ਮਰੇ ਦਾ ਮਾਸ ਖਾਧਾ ਹੈ ਪਸ਼ੂ ਦਾ। ਤੋ ਇਸ ਕਰਕੇ ਜਿਹੜਾ ਠੱਗ ਕੇ ਖਾਣਾ ਇਹ ਮੁਰਦਾਰ ਖਾਣਾ ਹੈ। ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ। ਤੇ ਇਹ ਜਿਹੜਾ ਪਰ ਮਲ ਅਲੱਗ-ਅਲੱਗ ਪਾਠ ਹੈ ਦੋਨੇ, ਪਰਮਲ ਇਕੱਠਾ ਨਹੀਂ ਕਰਨਾ, ਫਿਰ ਉਹ ਅਰਥ ਦਾ ਅਨਰਥ ਬਣ ਜਾਂਦਾ ਹੈ। ਦੂਸਰਾ ਮਲ ਸ਼ਬਦ ਪੋਲਾ ਜਾ ਉਚਾਰਨਾ ਹੈ। ਸੁਧੀ ਸ਼ਬਦ ਹੈ ਉਹ ਅਧਿਕ ਸਾਹਿਤ ਨਹੀਂ ਬੋਲਣਾ, ਉਹਨੂੰ ਐਸੇ ਢੰਗ ਨਾਲ ਬੋਲਣਾ ਵੀ ਧੱਦਾ ਵੀ ਬੋਲਿਆ ਜਾਵੇ, ਪਰ ਉਹ ਪਾਠ ਸੁਧੀ ਐਂ ਨਾ ਬਣ ਜਾਵੇ ਸੁਧੀ। ਤੋ ਇਸ ਪ੍ਰਕਾਰ ਪਰਾਈ ਜਿਹੜੀ ਨਿੰਦਿਆ ਕਰਨੀ ਹੈ, ਕਹਿੰਦੇ ਉਹ ਸੁਧੀ ਨਿਰੋਲ ਹੀ ਪਰਾਈ ਮੈਲ। ਪਰਾਈ ਮੈਲ ਕੀ ਹੈ? ਖਾਣ ਪੀਣ ਤੋਂ ਬਾਅਦ ਜਿਹੜਾ ਪੇਟ ਦੇ ਸਾਫ਼ ਹੁੰਦਾ ਹੈ ਉਹ ਬਿਸਟਾ ਨਿਕਲਦਾ ਹੈ। ਪਰਾਈ ਨਿੰਦਿਆ ਕਹਿੰਦੇ ਐ ਸਮਝ ਲਓ ਵੀ ਪਰਾਈ ਦਾ ਬਿਸਟਾ ਗੰਦਗੀ ਖਾਣ ਦੇ ਤੁੱਲ ਹੈ। ਤੇ ਅੱਗ ਦੀ ਨਿਆਈ ਸਾੜਨ ਵਾਲਾ ਕ੍ਰੋਧ ਹੈ ਉਹ ਚੰਡਾਲ ਚੂੜਾ ਹੈ, ਜਿਸ ਕਰਕੇ ਸਭ ਲੋਕ ਨੀਚ ਹੋ ਰਹੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਤੇ ਇੱਕ ਰਾਜਾ ਸੀ, ਉੱਥੇ ਪੰਡਿਤ ਕਥਾ ਕਰਦਾ ਹੁੰਦਾ ਸੀ। ਉਹ ਬ੍ਰਾਹਮਣ ਸੀ, ਬੜਾ ਹੰਕਾਰੀ ਰਾਜਾ ਉਹਦਾ ਬੜਾ, ਕਿਉਂਕਿ ਅੱਗੇ ਰਾਜ ਪ੍ਰੋਹਤ ਰੱਖੇ ਹੁੰਦੇ ਸੀ। ਉਹ ਕਿਤੇ ਕਿਸੇ ਗੱਲੋਂ ਗੁੱਸਾ ਹੋ ਗਿਆ, ਆਇਆ ਨਾ ਕਥਾ ਕਰਨ। ਵਜ਼ੀਰ ਭੇਜਿਆ ਨਹੀਂ ਆਏ, ਹੋਰ ਅਮੀਰ ਭੇਜੇ ਨਹੀਂ ਆਏ। ਬ੍ਰਾਹਮਣ ਜਦੋਂ ਨਾ ਆਇਆ, ਉੱਥੇ ਭੰਗੀ ਸੀ ਜਿਹੜਾ, ਉਹ ਕਹਿਣ ਲੱਗਾ ਜੀ ਮੈਂ ਲੈ ਆਵਾਂ। ਉਹ ਕਹਿੰਦੇ ਵਜ਼ੀਰਾਂ ਦੇ ਕਹੇ ਤੇ ਨਹੀਂ ਆਇਆ ਤੂੰ। ਕਹਿੰਦਾ ਜੀ ਮੇਰੇ ਕੋਲ ਜੁਗਤੀ ਹੈਗੀ ਲਿਆਉਣ ਦੀ, ਜਾ ਕੇ ਤੂੰ ਲਿਆ। ਆ ਕੇ ਕਹਿੰਦਾ ਇਹ ਵਿਦਵਾਨ ਹੋਏ ਬ੍ਰਾਹਮਣ ਜੀ। ਉਹ ਕਹਿੰਦਾ ਹਾਂ ਤੂੰ ਕਿਵੇਂ ਆਇਆ? ਕਹਿੰਦਾ ਜੀ ਮੇਰਾ ਭਰਾ ਤੁਹਾਡੇ ਅੰਦਰ ਵੜ ਗਿਆ, ਕਹਿੰਦਾ ਉਹਨੂੰ ਲੈਣਾ ਆ। ਤੇਰਾ ਭਰਾ? ਮੈਂ ਤਾਂ ਪਰਛਾਵੇਂ ਨਹੀਂ ਪੈਣ ਦਿੰਦਾ ਚੂੜੇ ਦਾ, ਤੂੰ ਕੌਣ ਹੈ? ਮੇਰੇ ਭਰਾ। ਕਹਿੰਦਾ ਨਾ ਜੀ ਨਾ, ਅੰਦਰ ਵੜਿਆ ਬੈਠਾ ਹੈ, ਉਹਨੂੰ ਕੱਢੋ ਬਾਹਰ। ਉਹ ਕਹਿੰਦਾ ਤੇਰਾ ਦਿਮਾਗ ਖਰਾਬ ਹੈ ਵੀ ਮੈਂ ਤਾਂ ਇੱਥੇ ਦੇੜੀ ਨਹੀਂ ਵੜਨ ਦਿੰਦਾ ਚੂੜੇ ਨੂੰ। ਕਹਿੰਦਾ ਤੂੰ ਕਹਿੰਦਾ ਜਿਹੜੀ ਨਹੀਂ ਵੜਨ ਦਿੰਦਾ, ਤੇਰੇ ਤਾਂ ਵਿੱਚ ਵੜਿਆ ਬੈਠਾ ਹੈ। ਕਹਿੰਦਾ ਬਾਹਰ ਨਿਕਲਿਆ ਨਹੀਂ, ਮੈਂ ਆਪਣੇ ਭਰਾ ਨੂੰ ਲੈਣਾ, ਬਾਂਹ ਤੋਂ ਫੜ ਕੇ ਧੂ ਕੇ ਲੈ ਜੂ। ਕਹਿੰਦਾ ਉਹ ਕਹਿੰਦਾ ਤੂੰ ਕੀ ਕਰ ਰਿਹਾ? ਕਹਿੰਦਾ ਜੀ ਤੁਸੀਂ ਇੱਕ ਦਿਨ ਕਥਾ ਕਰਦੇ ਕਹਿੰਦੇ ਸੀ ਵੀ ਜਿਹੜਾ ਕ੍ਰੋਧ ਹੈ ਇਹ ਚੂੜਾ ਹੈ, ਲਬ ਕੁੱਤਾ ਕੂੜ ਚੂੜਾ ਠਾ ਖਾਧਾ ਮੁਰਦਾਰ। ਤੋ ਇਸ ਕਰਕੇ ਵੀ ਜਿਹੜਾ ਉਹ ਮੇਰਾ ਭਰਾ ਤੁਹਾਡੇ ਵਿੱਚ ਬੜਿਆ ਹੋਇਆ ਹੈ, ਅਗਨ ਕ੍ਰੋਧ ਚੰਡਾਲ, ਤੁਹਾਨੂੰ ਕ੍ਰੋਧ ਆਇਆ ਜਿਹੜਾ ਇਹ ਚੰਡਾਲ ਹੈ, ਇਹਨੂੰ ਮੈਂ ਲੈਣ ਵਾਸਤੇ ਆਇਆ। ਬ੍ਰਾਹਮਣ ਕਹਿੰਦਾ ਚੱਲ ਚੱਲ ਆਉਣਾ ਆ ਕੇ। ਸੋ ਇਸ ਪ੍ਰਕਾਰ ਇਹ ਦੱਸਿਆ। ਤੇ ਇਹ ਜਾਤੀ ਵਿਤਕਰੇ ਕਰਨ ਵਾਲਿਆਂ ਨੇ ਕੁਝ ਹੋਰ ਬਣਾ ਲਿਆ ਇਹਨਾਂ ਦਾ। ਮਹਾਰਾਜ ਅੰਤਰੀ ਭਾਵ ਚ ਦੱਸਦੇ ਹਨ। ਅੱਗੇ ਹੁਣ ਦੱਸਦੇ ਹਾਂ ਰਸਕਸ। ਰਸਕਸ ਆਪ ਸਲਾਹਣ ਇਹ ਕਰਮ ਮੇਰੇ ਕਰਤਾਰ। ਜਿਹੜੇ ਰਸ ਕਸੀਸ ਨਾਮ ਹੈ, ਮਤਲਬ ਕਸੀਸ ਕਰਕੇ ਜਿਵੇਂ ਸ਼ਰਾਬ ਆਦਿ ਕੱਢੀ ਜਾਂਦੀ ਹੈ, ਸ਼ਰਾਬਾਂ ਆਦਿ ਪੀਣੀਆਂ, ਆਪਣੇ ਮੂੰਹ ਆਪਣੀ ਸਲਾਂਘਾ ਜਿਹੜੀ ਕਰਨੀ, ਆਪ ਸਲਾਹਣਾ, ਆਪਣੇ ਆਪ ਨੂੰ ਜਿਹੜਾ ਸਲਾਉਣਾ ਨਾ ਬਹੁਤ ਮਾੜਾ ਹੁੰਦਾ ਹੈ। ਆਪਣੇ ਆਪ ਦੀ ਸਿਫਤ ਕਰੀ ਜਾਣਾ, ਮੇਰੇ ਵਰਗਾ ਕੋਈ ਨਹੀਂ ਹੈ। ਤੇ ਜੇ ਉਹ ਵੀ ਕਹਿਣਾ ਮੇਰਾ ਬੜਾ ਮਾੜਾ ਸੁਭਾਅ ਹੈ, ਉਹਦੇ ਵਿੱਚ ਵੀ ਵਡਿਆਈ ਦੀ ਇੱਛਾ ਹੁੰਦੀ, ਮੇਰੇ ਤੋਂ ਸੱਚ ਬੋਲਿਆ ਜਾਂਦਾ। ਹੁਣ ਦੇਖੋ ਵੀ ਕੀ ਕਿਹਾ ਇਹਨੇ, ਮਾੜਾਪਨ ਜ਼ਾਹਰ ਕਰਿਆ ਕਿ ਚੰਗਾਪਨ। ਇਹ ਇਸ ਤਰ੍ਹਾਂ ਦੀਆਂ ਜੁਗਤੀਆਂ ਦੇ ਨਾਲ ਆਪਣੀ ਸਲਾਂਘਾ ਕਰਦੇ ਆ ਲੋਕ। ਇਹ ਮੇਰੇ ਕਰਤਾਰ ਪਰਮੇਸ਼ਰ, ਇਹੋ ਜਿਹੇ ਕਰਮਾਂ ਦੇ ਵਿੱਚ ਮੈਂ ਫਸਿਆ ਹੋਇਆ, ਮੰਦ ਕਰਮਾਂ 'ਚ ਲੱਗੇ ਹੋਏ ਜੀਵ। ਬਾਬਾ ਬੋਲੀਏ ਪਤ ਹੋਏ। ਇਹ ਪਿਆਰਿਓ ਐਸੇ ਵਚਨ ਬੋਲੀਏ, ਇਹੋ ਜਿਹੇ ਬੋਲਣੇ ਚਾਹੀਦੇ ਨੇ ਜਿਨ੍ਹਾਂ ਨੂੰ ਸੁਣ ਕੇ ਪਰਲੋਕ ਦੇ ਵਿੱਚ ਵੀ ਇੱਜ਼ਤ ਹੋਵੇ। ਇਹ ਲੋਕ ਦੇ ਵਿੱਚ ਲੋਕ ਪਿਆਰ ਕਰਨ, ਇਹੋ ਜਿਹਾ ਮਿੱਠਾ ਬੋਲਣਾ ਚਾਹੀਦਾ ਪਿਆਰ ਦਾ। ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਪਤਨਾਮ ਪਤੀ ਦਾ ਵੀ ਹੁੰਦਾ ਹੈ। ਉੱਤਮ ਅਧਿਕਾਰੀ ਤੇ ਜਿਗਿਆਸੂ ਵਾਲੇ ਵਚਨ ਬੋਲਣੇ ਚਾਹੀਦੇ ਨੇ ਜਿਨ੍ਹਾਂ ਨਾਲ ਪ੍ਰਤਿਸ਼ਠਤਾ ਹੋਵੇ। ਕਨਿਸ਼ਟ ਜਿਗਿਆਸੂ ਵਾਲੇ ਫਿੱਕੇ ਵਚਨ ਨਹੀਂ ਬੋਲਣੇ ਚਾਹੀਦੇ। ਊਤਮ ਸੇਦਰ ਊਤਮ ਕਹੀਏ ਹੈ, ਨੀਚ ਕਰਮ ਬਹਿ ਰੋਏ। ਇਹਨਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਵਿਚਾਰ ਇਤਿਆਦਿਕ ਜਿਹੜੇ ਉੱਤਮ ਸ੍ਰੇਸ਼ਟ ਗੁਣ,
ਉਹੀ ਪ੍ਰਭੂ ਦੇ ਦਰਬਾਰ ਦੇ ਉੱਤਮ ਸ੍ਰੇਸ਼ਟ ਕਹੇ ਜਾਂਦੇ ਨੇ, ਜਿਨ੍ਹਾਂ ਦੇ ਚਾਹੇ ਗੁਣ ਆ ਜਾਣ। ਨੀਚ ਕਰਮ ਭੈ ਰੋਏ, ਨੀਚ ਕਰਮ ਜਿਹੜੇ ਕਾਮ ਕਰੋ ਲੋਭ ਹੰਕਾਰ ਵਾਲੇ ਨੇ, ਉਹ ਬੈਠ ਕੇ ਫਿਰ ਰੋਣ ਪਿੱਟਣਗੇ ਉੱਥੇ, ਰੋ ਰੋ ਕੇ ਨਮੋਸੀ ਪਛਤਾਵੇ ਕਰਨਗੇ ਜਦੋਂ ਸਮਾਂ ਗੁਜ਼ਰ ਗਿਆ ਉਹਨਾਂ ਦੇ ਕੋਲੋਂ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਰਸ ਸੁਵੈਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਤੇ ਇਹਦਾ ਭਾਈ ਰਸ ਰੂਪਾ ਜਿਹੜਾ ਨਾ ਇਹ ਅਦਕ ਦੇ ਸਹਿਤ ਪੜ੍ਹਨਾ ਹੈ। ਅਰਥ ਵਾਸਤੇ ਦਾ ਵਿਸਰਾਮ ਜਿਹੜਾ ਕਾਮਣ ਰਸ ਤੇ ਅਰਥ ਵਾਸਤੇ ਲੱਗੂਗਾ, ਪਰ ਤੁਸੀਂ ਨਹੀਂ ਇਹਦਾ ਖਿਆਲ ਕਰਨਾ। ਪਾਠ ਦੀ ਚਾਲ ਵਾਸਤੇ ਰਸ ਸੋਨਾ ਰਸ ਰੂਪਾ ਕਾਮਣ ਇੱਥੇ ਹੀ ਠਹਿਰਨਾ ਹੈ। ਰਸ ਪਰਮਲ ਕੀ ਵਾਸ ਐਂ ਪਾਠ ਕਰਨਾ ਹੈ। ਤੇ ਅਰਥ ਵਾਸਤੇ ਕਾਮਣ ਰਸਤੇ ਵੀ ਲੱਗੂਗਾ, ਇਹ ਭੁਲੇਖਾ ਨਹੀਂ ਖਾਣਾ। ਜਿਹੜਾ ਸੋਨੇ ਜੋੜਨ ਦਾ ਰਸ ਹੈ, ਚਾਂਦੀ ਜੋੜਨ ਦਾ, ਇਕੱਤਰ ਕਰਨ ਦਾ, ਸੋਨਾ ਇਕੱਤਰ ਕਰਨ ਦਾ ਕਈਆਂ ਦਾ ਸੁਭਾਅ ਹੈ। ਉਹ ਸੁਣਨ ਵਿੱਚ ਆਇਆ, ਕਹਿੰਦੇ ਇੱਕ ਸਾਰੀ ਜ਼ਿੰਦਗੀ ਤੇ ਪਖੰਡ ਕਰ ਕਰਕੇ ਸੋਨੇ ਹੀ ਲੋਕਾਂ ਤੇ ਲੁੱਟਦਾ ਰਿਹਾ, ਕੁਆਂਟਲਾਂ ਦੇ ਹਿਸਾਬ ਸੋਨਾ ਇਕੱਠਾ ਕਰ ਲਿਆ, ਜਦੋਂ ਮਰ ਗਿਆ ਉਹ ਸਾਰਾ ਵੰਡ ਲਿਆ। ਉਹਦੇ ਕੋਈ ਚੇਲਿਆਂ ਨੇ ਵੰਡ ਲਿਆ, ਚੇਲੀਆਂ ਨੇ, ਤੇ ਕੁਝ ਉਹਦੇ ਰਿਸ਼ਤੇਦਾਰਾਂ ਨੇ ਵੰਡ ਲਿਆ। ਇਹ ਵੀ ਇੱਕ ਰਸ ਹੀ ਹੈ, ਠੱਗੀਆਂ ਮਾਰ ਮਾਰ ਕੇ ਇਕੱਠਾ ਕੀਤਾ। ਤੇ ਇਸ ਤੋਂ ਇਲਾਵਾ ਕਾਮਣ ਪਰਾਈਆਂ ਇਸਤਰੀਆਂ ਨਾਲ ਪ੍ਰੇਮ ਕਰਨ ਰੂਪੀ ਰਸ। ਤੇ ਇਸੇ ਤਰ੍ਹਾਂ ਵਿਕਾਰਾਂ ਦੀ ਇੱਛਾ ਰੱਖ ਕੇ ਸਰੀਰ ਉੱਤੇ ਪਰਮਲ ਚੰਦਨ ਦੀ ਵਾਸਨਾ ਸੁਗੰਧ ਲਾਉਣੀ, ਇਹ ਸਾਰੇ ਜਿਹੜੇ ਰਸ ਹਨ। ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ। ਤੇ ਇੰਨੇ ਰਸ ਜਿਹੜੇ ਨੇ, ਕਹਿੰਦੇ ਘੋੜਿਆਂ ਦੀ ਸਵਾਰੀ ਇਹ ਵੀ ਇੱਕ ਰਸ ਹੀ ਹੈ, ਪ੍ਰੇਮ ਹੋਣਾ, ਸੋਹਣੀਆਂ ਸੇਜਾ, ਮੰਦਰ ਘਰ ਚੰਗੇ, ਇਹ ਵੀ ਇੱਕ ਰਸ ਹੀ ਹੈ। ਤੇ ਮਿੱਠੇ ਪਦਾਰਥ ਖਾਣ ਦਾ, ਜੀਵ ਦਾ ਚਸਕਾ, ਆਹ ਚੀਜ਼ ਖਾ ਲਾਂ ਆਹ ਖਾ ਲਾਂ, ਜੀਵ ਦੇ ਰਸ ਮਗਰ ਲੱਗੇ ਹੈ। ਮਾਸ ਇਹ ਵੀ ਇੱਕ ਰਸ ਹੈ, ਮਾਸ ਖਾਣਾ। ਕਹਿੰਦੇ ਮਾਸ ਦੇ ਨਾਲ ਉਹਦੇ ਖਾਣ ਦਾ ਰਸ ਪ੍ਰੇਮ ਲੱਗਿਆ ਹੋਇਆ ਬਹੁਤ ਸਾਰਿਆਂ ਨੂੰ। ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਐਨੇ ਸਰੀਰ ਦੇ ਵਿੱਚ, ਦੇਹ ਦੇ ਅੰਦਰ ਐਨੇ ਤਾਂ ਰਸ ਸਵਾਦ ਚਿੰਬੜੇ ਹੋਏ ਨੇ, ਕੈ ਕਿੱਥੇ ਤੇਰੇ ਘਟ ਹਿਰਦੇ 'ਚ ਨਾਮ ਦਾ ਨਿਵਾਸ ਕਿਵੇਂ ਹੋਊਗਾ? ਫਿਰ ਇੱਕੋ ਮਹਾਤਮਾ ਦਾ ਪ੍ਰਸੰਗ ਆਉਂਦਾ ਹੈ, ਕਹਿੰਦੇ ਉਹ ਰਾਜਾ ਕਹਿੰਦਾ ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਮੈਨੂੰ ਉਪਦੇਸ਼ ਦਿਓ। ਮੈਂ ਕਥਾ ਕੀਰਤਨ ਸੁਣਦਿਆਂ ਕਿ ਮੈਨੂੰ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਉਪਦੇਸ਼ ਦੇਊਂਗਾ, ਪਹਿਲਾਂ ਇੱਕ ਕੰਮ ਕਰ ਮੇਰਾ। ਕਹਿੰਦੇ ਜੀ ਦੱਸੋ? ਕਹਿੰਦੇ ਜੰਗਲ 'ਚ ਇੱਕ ਮਕਾਨ ਬਣਾ ਦੇ, ਇੱਕ ਕਮਰਾ ਬਹੁਤਾ ਨਹੀਂ ਬਣਾਤਾ। ਕਹਿੰਦੇ ਇਹਨੂੰ ਸਾਰੇ ਰੋੜ ਕੰਕਰ ਪੱਥਰਾਂ ਨਾਲ ਭਰ ਦੇ, ਬੂਹੇ ਤੱਕ ਸਾਰਾ ਭਰ ਦਿੱਤਾ। ਐਨ ਜਦੋਂ ਭਰ ਗਿਆ ਸਿਰੇ ਤੱਕ, ਅੰਦਰ ਪੈਰ ਧਰਨ ਨੂੰ ਜਗ੍ਹਾ ਨਾ ਰਹੀ। ਤੇ ਮਹਾਂਪੁਰਖ ਦੇਖਦੇ ਰਹੇ ਵੀ ਜਿੱਦਣ ਕਿਤੇ ਮੌਸਮ ਜੀ ਹੋਵੇ ਇਸ ਤਰ੍ਹਾਂ, ਮੀਂਹ ਜਦੋਂ ਮੂਹਲੇ ਧਾਰ ਮੀਂਹ ਉਤਰਿਆ, ਉਸ ਮੌਸਮ ਦੀ ਗੱਲ ਹੈ। ਤੇ ਉਹ ਜੰਗਲ ਦੇ ਵਿੱਚ ਮਹਾਂਪੁਰਖ ਉਹਨੂੰ ਲੈ ਕੇ ਗਏ। ਉਹ ਜਦੋਂ ਕਹਿੰਦੇ ਵੀ ਮੀਂਹ ਆ ਗਿਆ ਕਿ ਗੜੇ ਵੀ ਪੈਣ ਲੱਗੇ, ਕਹਿੰਦੇ ਨੱਠ ਕੇ ਅੰਦਰ ਵੜ ਜੀਏ। ਕਹਿੰਦਾ ਅੰਦਰ ਕਿੱਥੇ ਵੜ ਜੀਏ, ਅੰਦਰ ਤਾਂ ਭਰਿਆ ਪਿਆ ਹੈ। ਮਹਾਂਪੁਰਸ਼ ਕਹਿੰਦੇ ਬਸ ਇਹੀ ਉਪਦੇਸ਼ ਹੈ ਮੇਰਾ, ਵੀ ਮੇਰਾ ਉਪਦੇਸ਼ ਤੇਰੇ ਅੰਦਰ ਕਿੱਥੇ ਜਾਊਗਾ? ਅੰਦਰ ਤਾਂ ਰੋੜ ਕੰਕਰ ਭਰੇ ਪਏ ਨੇ ਤੇਰੇ ਅੰਦਰ, ਤੇਰੀਆਂ ਵਾਸ਼ਨਾਵਾਂ ਦਾ ਰਸਾਂ ਨਾਲ ਭਰਿਆ ਪਿਆ ਤੂੰ। ਇਸ ਕਰਕੇ ਫਿਰ ਉਹ ਇੱਕੋ ਵੈਸ਼ਨੂੰ ਦਾ ਵੀ ਪ੍ਰਸੰਗ ਆਉਂਦਾ, ਕਹਿੰਦੇ ਕਿਤੇ ਜੱਗ ਸੀ, ਕਿਤੇ ਬਹੁਤ ਮਾਲ ਪੂੜੇ ਖਾ ਗਿਆ, ਇੰਨਾ ਕੋ ਖਾ ਗਿਆ। ਉਹ ਮੂਰਖਪਣਾ ਹੁੰਦਾ ਕਈਆਂ ਦਾ, ਇੰਨਾ ਭਰ ਗਿਆ ਤੇ ਉਹ ਨੀਵਾਂ ਬਣਾ ਹੋ ਕੇ ਦਰਦ ਉੱਠ ਖੜਿਆ। ਉਹ ਜਾ ਕੇ ਸਿੱਧਾ ਹੀ ਐ ਆਕੜਿਆ ਤੁਰਿਆ ਫਿਰੇ, ਜਾ ਕੇ ਉਹਨੂੰ ਵੈਦ ਨੂੰ, ਹਕੀਮ ਨੂੰ ਕਹਿੰਦਾ ਜੀ ਦਵਾਈ ਦਿਓ। ਕੀ ਹੋਇਆ? ਕਹਿੰਦਾ ਜੀ ਦਰਦ ਹੁੰਦਾ ਹੈ। ਉਹਨੇ ਇੰਨਾ ਸਾਰਾ ਚੂਰਨ ਦੇ ਦਿੱਤਾ, ਕਹਿੰਦਾ ਖਾ ਲੈ। ਕਹਿੰਦਾ ਇਹ ਕੀ ਕਰਾਂ? ਕਹਿੰਦਾ ਖਾ ਲੈ। ਕਹਿੰਦਾ ਜੇ ਖਾਣ ਜੋਗਾ ਅੰਦਰ ਜਗ੍ਹਾ ਹੁੰਦੀ, ਕਹਿੰਦਾ ਮਾਲ ਪੂੜਾ ਨਾ ਇੱਕ ਹੋਰ ਖਾ ਲੈਂਦਾ ਮੈਂ, ਅੰਦਰ ਤਾਂ ਜਗ੍ਹਾ ਹੀ ਨਹੀਂ ਚੂਰਨ ਜੋਗੀ। ਨਾਮ ਦੇ ਚੂਰਨ ਜੋਗੀ ਤਾਂ ਜਗ੍ਹਾ ਨਹੀਂ ਛੱਡੀ ਅੰਦਰ, ਮਾਲ ਪੂੜਿਆਂ ਦੇ ਨਾਲੇ ਭਰਿਆ ਪਿਆ ਪਦਾਰਥਾਂ ਦੇ ਨਾਲ। ਕਹਿ ਘਟ ਨਾਮ ਨਿਵਾਸ। ਮਹਾਰਾਜ ਕਹਿੰਦੇ ਫੇਰ ਕਿੱਥੇ ਨਾਮ ਦਾ ਨਿਵਾਸ ਹੋ ਜਾਊਗਾ? ਕਿੰਨੀ ਸੋਹਣੀ ਸਿੱਖਿਆ ਮਹਾਰਾਜ ਦੇ, ਕਿਹੜੇ ਢੰਗ ਨਾਲ ਦੇ ਰਹੇ ਗੁਰੂ ਨਾਨਕ ਸਾਹਿਬ। ਜੇ ਫੇਰ ਵੀ ਅਸੀਂ ਨਹੀਂ ਸਮਝਣਾ ਤਾਂ ਸਾਡੀ ਮਾੜੀ ਕਿਸਮਤ ਹੋਊਗੀ। ਅੱਗੇ ਫਰਮਾਨ ਕਰਦੇ ਨੇ ਜੀ, ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ। ਜਿਨ੍ਹਾਂ ਬਚਨਾਂ ਨੂੰ ਬੋਲਣ ਦੇ ਨਾਲ ਇਹ ਲੋਕ ਦੇ ਵਿੱਚ ਵੀ ਤੇ ਪਰਲੋਕ ਦੀ ਇੱਜ਼ਤ ਹੋਵੇ, ਪਤਨਾਮ ਇੱਜ਼ਤ ਹੈ। ਸੋ ਬੋਲਿਆ ਪ੍ਰਵਾਨ, ਉਹ ਬੋਲਿਆ ਪ੍ਰਵਾਨ ਨਹੀਂ ਕਹਿ। ਕਹਿੰਦੇ ਇਹੋ ਜਿਹਾ ਬਚਨ ਬੋਲੋ, ਟੂਟ ਪ੍ਰੀਤ ਗਈ ਬੁਰ ਬੋਲ। ਜਦੋਂ ਕਿਸੇ ਨਾਲ ਬੁਰਾ ਬੋਲ ਬੋਲਣਗੇ, ਮਿੱਤਰਤਾਈਆਂ ਟੁੱਟ ਜਾਂਦੀਆਂ ਨਾ ਬੁਰਾ ਬੋਲ ਬੋਲਣਾ। ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਤਰੇੜ ਪੈ ਜਾਂਦੀ ਹੈ ਬੁਰਾ ਬੋਲਣ ਨਾਲ, ਭਰਾਵਾਂ 'ਚ ਪੈ ਜਾਂਦੀ ਹੈ। ਤੇ ਇਸ ਕਰਕੇ ਕਦੇ ਕਿਸੇ ਨੂੰ ਬੁਰਾ ਬੋਲ ਨਹੀਂ ਬੋਲਣਾ ਚਾਹੀਦਾ। ਫਿੱਕਾ ਬੋਲ ਵਿਗੋਚਣਾ
ਅੱਗੇ ਦੱਸਣਗੇ ਮਹਾਰਾਜ ਸਾਹਿਬ ਜੀ। ਤੋ ਇਸ ਕਰਕੇ ਉਹ ਬੋਲੋ ਜਿਹੜਾ ਪ੍ਰਵਾਨਿਕ ਹੈ। ਪ੍ਰਵਾਨਿਕ ਹੈ ਮਿੱਠਾ ਬੋਲਣਾ, ਨਿਮਰਤਾ 'ਚ ਬੋਲਣਾ, ਇਹ ਪ੍ਰਵਾਨਿਕ ਹੈ, ਇਹ ਗੁਰੂ ਨੂੰ ਚੰਗਾ ਲੱਗਦਾ ਹੈ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਫਿੱਕਾ ਬੇਰਸ ਵਚਨ ਬੋਲ ਕੇ ਵਿਗੁਚਣਾ ਖਰਾਬ ਹੀ ਹੋਣਾ, ਫਿਰ ਬਗੋਚੇ ਵਾਲਾ ਇਹ। ਆਪਣੇ ਮਨ ਨੂੰ ਸਮਝਾਉਣਾ ਕਿ ਹੇ ਮੂਰਖ, ਹੇ ਅਣਜਾਣ, ਇਹ ਸਭ ਸਿੱਖਿਆ ਨੂੰ ਸੁਣ ਲੈ। ਗੁਰੂ ਸਾਹਿਬ ਦੀ ਇਹ ਸਿੱਖਿਆ ਹੈ। ਪਰਮਾਰਥ ਦੇ ਗਿਆਨ ਵੱਲੋਂ ਮੂਰਖ ਤੇ ਵਿਵਹਾਰਾਂ ਵੱਲੋਂ ਅਣਜਾਣ। ਸ਼ਰਧਾ ਤੇ ਵਿਸ਼ਵਾਸ ਰੂਹੀ ਕੰਨਾਂ ਤੋਂ ਬੋਲੇ। ਕਹਿੰਦੇ ਤੂੰ ਸ਼ਰਧਾ ਤੇ ਵਿਸ਼ਵਾਸ ਰੂਹੀ ਕੰਨ ਪੈਦਾ ਕਰ ਪਹਿਲਾਂ ਆਪਣੇ। ਇਹ ਸਿੱਖਿਆ ਨੂੰ ਸੁਣ ਕੇ ਮੰਨਣਾ ਕਰ। ਜੋ ਤਿਸ ਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ। ਜਿਹੜੇ ਤਿਸ ਉਸ ਵਾਹਿਗੁਰੂ ਨੂੰ ਭਾਉਂਦੇ ਨੇ ਉਹੀ ਭਲੇ ਚੰਗੇ ਨੇ। ਉਹਨਾਂ ਦੀ ਬਾਬਤ ਹੋਰ ਕਿ ਕੀ ਕਹਿਣਾ, ਕੀ ਵਿਖਿਆਨ ਕਰੀਏ, ਹੋਰ ਕੋਈ ਕਹਿਣਾ ਬਣਦਾ ਨਹੀਂ ਹੈ। ਤਿਨ ਮਤ ਤਿਨ ਪਤ ਤਿਨ ਤਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਉਹਨਾਂ ਦੇ ਪਾਸ ਆਤਮ ਰੂਪੀ ਧਨ। ਤਿੰਨ ਮਤ, ਉਹਨਾਂ ਆਤਮ ਵਿਸ਼ੈਣੀ ਮਤ ਹੈ ਜਿਨ੍ਹਾਂ ਦੇ ਕੋਲ ਪਤ ਪ੍ਰਤਿਸ਼ਠਾ ਹੈ। ਉਹਨਾਂ ਨੂੰ ਤਤ ਵੇਤਿਆਂ ਦੇ ਪੱਲੇ ਉਹਨਾਂ ਦੇ ਨਾਮ ਰੂਪੀ ਧਨ ਹੈ। ਹਿਰਦੇ ਰੂਪੀ ਪੱਲੇ ਦੇ ਵਿੱਚ ਜਿਨ੍ਹਾਂ ਨੇ ਹਿਰਦੇ 'ਚ ਪਰਮੇਸ਼ਰ ਸਮਾ ਰਿਹਾ, ਭਾਵ ਲੀਨ ਹੋ ਰਿਹਾ ਹੈ। ਜਨ ਕਾ ਕਿਆ ਸਾ ਲਾਹਣ ਅਵਰ ਸਵਾਲਿਓ ਕਹਾਏ। ਤਿੰਨ ਉਹਨਾਂ ਮਹਾਂਪੁਰਖਾਂ ਦੀ ਕੀ ਸਲਾਘਾ ਸਿਫਤ ਕਰੀਏ। ਉਹ ਵਾਹਿਗੁਰੂ ਦਾ ਰੂਪ ਉਹਨੂੰ ਤਾਂ ਉਹਨਾਂ ਦੀ ਮਹਿਮਾ ਅਕੱਥ ਹੈ। ਉਹਨਾਂ ਤੋਂ ਬਿਨਾਂ ਕਾਏ ਕਿਸੇ ਹੋਰ ਦੀ ਕੀ ਸਵਾਲਿਓ ਸਿਫਤ ਕਰਨੀ ਹੈ। ਜੇ ਕਰਨੀ ਹੈ ਤਾਂ ਮਹਾਂਪੁਰਖਾਂ ਦੀ ਕਰੀਏ। ਹੋਰ ਉਹਨਾਂ ਦੀ ਸਵਾਲਿਓ ਸੁੰਦਰਤਾ ਦਾ ਕੀ ਕਥਨ ਕਰੀਏ। ਉਹਨਾਂ ਦਾ ਸਵਾਲਿਓ ਤੇ ਸਵਾਰਿਆ ਹੋਇਆ ਮਨ, ਜੋ ਉਹ ਮਨ ਹੈ, ਕਿਸ ਪ੍ਰਕਾਰ ਉਹਦਾ ਕਥਨ ਕਰੀਏ, ਭਾਵ ਕਿਹਾ ਨਹੀਂ ਜਾ ਸਕਦਾ। ਅਵਰ ਹੋਰ ਅਗਿਆਨੀ ਪੁਰਸ਼ ਜਿਹੜੇ ਨੇ ਉਹਨਾਂ ਦੀ ਕੀ ਸਲਾਹੁਣਾ ਕਰਨੀ ਹੈ। ਨਾਨਕ ਨਦਰੀ ਵਾਹਰੇ ਰਾਚਹਿ ਦਾਨ ਨਾ ਨਾਏ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਜੋ ਜੀਵ ਵਾਹਿਗੁਰੂ ਦੀ ਕਿਰਪਾ, ਜਿਹੜੀ ਕਿਰਪਾ ਦ੍ਰਿਸ਼ਟੀ ਹੈ, ਉਹ ਦ੍ਰਿਸ਼ਟੀ ਤੋਂ ਬਾਹਰ ਨ ਤੇ ਉਹ ਨਾਏ ਨਾਮ ਜਪ, ਉਹ ਨਾਮ ਨਹੀਂ ਜਪਦੇ, ਨਾਮ ਨਹੀਂ ਜਪ ਸਕਦੇ। ਹੋ ਕਿਉਂ ਦ੍ਰਿਸ਼ਟੀ ਤੋਂ ਬਾਹਰ ਨਾ ਸਤਸੰਗ ਕਰ ਸਕਦੇ ਨੇ, ਨਾ ਦਾਨ ਕਰਨ ਵਿੱਚ ਰਾਚੇ ਰਚਦੇ ਨੇ, ਤੇ ਨਾ ਹੀ ਆਪਣੀ ਕਿਰਤ ਵੰਡ ਕੇ ਸਕਦੇ ਆ। ਪ੍ਰਭੂ ਦੀ ਨਜ਼ਰ ਤੋਂ ਬਾਹਰ ਜੋ ਹਨ ਉਹਨਾਂ ਦਾ ਦਾਨ ਲੈਣ ਵਿੱਚ ਹੀ ਰਚੇ ਰਹਿੰਦੇ ਨੇ। ਪਰਮਾਤਮਾ ਵੱਲੋਂ ਦੇਂਦਾ ਦੇ ਲੈਂਦੇ ਥਕ ਪਾਏ, ਥੱਕ ਜਾਣ ਪਾਵੇਂ ਪਰ ਮੰਗਣ ਤੇ ਨਹੀਂ ਹਟਦੇ। ਮਾਇਆ ਵਿੱਚ ਹੀ ਰਚੇ ਰਹਿੰਦੇ ਨੇ, ਨਾਮ ਨਹੀਂ ਜਪਦੇ। ਉਹ ਮਾਇਆ 'ਚ ਰਚੇ ਹੋਏ ਨੇ ਤੇ ਉਹਨਾਂ ਨੂੰ ਨਾਮ ਦਾ ਦਾਨ ਪ੍ਰਾਪਤ ਨਹੀਂ ਹੋਇਆ। ਜੋ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਤੋਂ ਬਾਹਰ ਹੋ ਗਏ ਤੇ ਉਹ ਜਿਹੜੇ ਨਾਨਕ ਨੇ ਬਾਹਰ ਹੋ ਗਏ ਨੇ ਸੰਸਾਰ ਦੀ ਦ੍ਰਿਸ਼ਟੀ, ਤੇ ਉਹ ਨਾਮ ਰੂਪੀ ਪ੍ਰਪੰਚ ਦੇ ਵਿੱਚ ਨਹੀਂ ਰਚਦੇ, ਫਿਰ ਦਾਨ ਲੈਣ ਵਿੱਚ ਨਹੀਂ ਰਚਦੇ, ਪ੍ਰਭੂ ਦੇ ਨਾਮ ਦੇ ਵਿੱਚ ਵਿਲੀਨ ਰਹਿੰਦੇ ਨੇ। ਉਹ ਆਨੰਦ ਹੀ ਮਾਣਦੇ ਰਹਿੰਦੇ ਹਨ। ਹਾਂ ਕਰ ਦਿਓ ਇੱਕ ਸ਼ਬਦ ਹੋਰ। ਸ਼੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਵਿੱਚ ਨਿਵਾਸ ਰੱਖਦੇ ਸੀ, ਉੱਥੇ ਇੱਕ ਗੋਰਖਮਤੀਆ ਆ ਗਿਆ। ਉਹ ਰੋਜ਼ ਨਾ ਇੱਕ ਤਾਂ ਫੀਮ ਦਾ ਗੋਲਾ ਐਨ ਵੱਟ ਕੇ ਗੋਲ ਕਰ ਕਰਕੇ ਖਾਂਦੇ। ਅੰਬਲੀਆਂ ਨੂੰ ਸੁਭਾਅ ਹੁੰਦਾ ਹੈ, ਰੀਠੇ ਜਿਹੀ ਐ ਵੱਟੀ ਜਾਵੇ ਖਾਣ ਵਾਸਤੇ। ਸ਼ਰਾਬ ਵੀ ਪੀ ਲੈਂਦਾ ਸੀ। ਮਹਾਰਾਜ ਦੇ ਨਿਗਾਹ ਪਾ ਗਿਆ। ਮਹਾਰਾਜ ਕਹਿੰਦੇ ਤੇਰੀ ਮੱਤ ਮਾਰੀ ਗਈ, ਸਾਧ ਹੋ ਕੇ ਫੀਮ ਖਾਨਾ ਹੈ। ਕਹਿੰਦਾ ਜੀ ਸਾਧਾਂ ਨੂੰ ਤਾਂ ਸਮਾਂ ਖਾਣੀ ਚਾਹੀਦੀ ਹੈ, ਇਹਦੇ ਨਾਲ ਚੰਗੀ ਸਮਾਧੀ ਲੱਗਦੀ ਹੈ। ਸ਼ਰਾਬ ਵੀ ਮੈਂ ਤਾਂ ਹੀ ਪੀਨਾ। ਮਹਾਰਾਜ ਕਹਿੰਦੇ ਹੋਰ ਕੀ? ਕਹਿੰਦਾ ਮਾਸ ਵੀ ਖਾ ਲੈਣਾ। ਮਹਾਰਾਜ ਸਾਹਿਬ ਜੀ ਉਹਨੂੰ ਫਿਰ ਉਪਦੇਸ਼ ਦੇਣ ਲੱਗੇ। ਕਹਿੰਦੇ ਠੀਕ ਨਹੀਂ ਹੈ, ਤੁਹਾਨੂੰ ਗੋਰਖ ਨੇ ਆ ਹੀ ਸਿਖਾਇਆ ਕਿ ਤੁਸੀਂ ਤਾਂ ਲੋਕਾਂ ਨੂੰ ਵਿਗਾੜਦੇ ਫਿਰਦੇ, ਲੋਕਾਂ ਦੇ ਪੁੱਤ ਅੰਬਲੀ ਕਰ ਦਿੱਤੇ ਤੁਸੀਂ। ਤੇ ਇਸ ਕਰਕੇ ਮਹਾਰਾਜ ਸਾਹਿਬ ਨੇ ਉਸ ਵੇਲੇ ਕਹਿੰਦੇ ਨੇ ਸ੍ਰੀ ਰਾਗ ਦੇ ਅੰਦਰ ਅਗਲਾ ਸ਼ਬਦ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ। ਕੂੜ ਝੂਠ ਦਾ ਤੇ ਫੀਮ ਦਾ ਗੋਲਾ ਵੱਟ ਕੇ ਮਾਵਾ ਦੇਵਨਹਾਰ ਅੰਬਲੀ ਨੇ ਦੂਸਰੇ ਨੂੰ ਦਿੱਤਾ। ਲੈ ਲੈ ਥੋੜਾ ਜਿਹਾ ਕੰਡੇ ਪਰ ਹੋ ਜੂ ਤੇਰਾ ਸਰੀਰ। ਇਸੇ ਤਰ੍ਹਾਂ ਕੂੜ ਝੂਠ ਰੂਪੀ ਅਮਲ ਦਾ ਗਲੋਲਾ ਗੋਲਾ ਝੂਠ ਦਾ, ਉਹ ਕਿਹੜਾ ਸਰੀਰ। ਦੇਵਨਹਾਰ ਕੌਣ ਹੈ? ਵਾਹਿਗੁਰੂ। ਮਾਇਆ ਦੁਆਰਾ ਸਾਡੇ ਕਰਮਾਂ ਦੁਆਰਾ ਇਹ ਦਿੱਤਾ ਦੇਵਨ ਬਾਰੇ ਨੇ। ਅਗਿਆਨੀ ਪੁਰਸ਼ ਦੇ ਦਾ ਅਭਿਮਾਨ, ਉਹਨਾਂ ਨੂੰ ਫਿਰ ਇਹਦਾ ਅਮਲ ਚੜ ਗਿਆ। ਜਿਵੇਂ ਫੀਮ ਦਾ ਨਸ਼ਾ ਚੜਦਾ, ਦੇਹ ਅਧਿਆਸ ਹੋ ਗਿਆ, ਇਹ ਅਮਲ ਚੜ ਗਿਆ ਉਹਨਾਂ ਨੂੰ। ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਤੇ ਉਹਨਾਂ ਨੇ
ਇੱਥੇ ਮੱਤੀ ਸ਼ਬਦ ਜਿਹੜਾ ਅਧਿਕ ਸਹਿਤ ਬੋਲਣਾ, ਇਸ ਨੂੰ ਮੱਤੀ ਮਰਨ ਵਿਸਾਰਿਆ। ਉਹਨਾਂ ਨੇ ਆਪਣੀ ਮੱਤੀ ਬੁੱਧੀ ਨੂੰ ਵਿੱਚੋਂ ਮੌਤ ਨੂੰ ਭੁਲਾ ਦਿੱਤਾ ਹੈ। ਇਸ ਕਰਕੇ ਫਿਰ ਭੁੱਲਾ ਫਿਰਿਆ ਹੋਇਆ, ਭੁਲਾ ਛੱਡਿਆ ਉਹਨਾਂ ਨੇ, ਤੇ ਛਾਲ ਕਪਟ ਕਰਦੇ ਆ, ਠੱਗੀਆਂ ਮਾਰ ਕੇ, ਝੂਠ ਬੋਲ ਕੇ, ਤੇ 4 ਕੁ ਦਿਨ ਖੁਸ਼ੀਆਂ ਤਾਂ ਬੜੀਆਂ ਕਰ ਲੈਂਦੇ ਨੇ ਵੀ ਲੋਕਾਂ ਨੂੰ ਮੈਂ ਫਲਾਣੇ ਦਾ ਧਨ ਠੱਗ ਲਿਆ, ਚੋਰੀ ਕਰ ਲਈ, ਨਸ਼ੇ ਖਾ ਲਏ, ਮਸਤੀ ਦੇ ਵਿੱਚ ਹੋ ਲਿਆ, ਭੁੱਲਿਆ ਰਿਹਾ। 4 ਕੁ ਦਿਨ ਸੰਸਾਰ ਖੁਸ਼ੀਆਂ ਕਰ ਲਈਆਂ। ਸੱਚ ਮਿਲਿਆ ਤੈਨੂੰ ਸੋਫੀਆ ਰਾਖਣ ਕੋ ਦਰਬਾਰ। ਜਿਹੜੇ ਝੂਠ ਬੋਲਣ ਰੂਪੀ ਅਫੀਮ ਦੇ ਮਾਵੇ ਗੋਲੇ ਤੋਂ, ਨਸ਼ੇ ਤੋਂ, ਸੋਫੀਆਂ ਅਮਲ ਤੋਂ ਰਹਿਤ ਹਨ, ਝੂਠ ਰੂਪੀ ਇਹ ਗੋਲਾ ਨਹੀਂ ਖਾਂਦੇ। ਤੇ ਉਹਨਾਂ ਨੂੰ ਗੁਰੂ ਦੀ ਕਿਰਪਾ ਦਾ ਸਦਕਾ ਸਤਸੰਗ ਰੂਪੀ ਦਰਬਾਰ ਵਿੱਚੋਂ ਹਿਰਦੇ ਵਿੱਚ ਰੱਖਣ ਕੋ ਵਾਸਤੇ ਸੱਚਾ ਨਾਮ ਪ੍ਰਾਪਤ ਹੋ ਗਿਆ। ਉਹਨਾਂ ਨੂੰ ਸੱਚਖੰਡ ਰੂਪੀ ਦਰਬਾਰ ਦੇ ਵਿੱਚ ਭੇਟਾ ਰੱਖਣ ਵਾਸਤੇ ਪਰਮੇਸ਼ਰ ਦਾ ਸੱਚਾ ਨਾਮ ਪ੍ਰਾਪਤ ਹੋਇਆ। ਉੱਥੇ ਜਦੋਂ ਜਾਣਗੇ ਰੱਬ ਨੂੰ ਨਾਮ ਦੀ ਭੇਟਾ ਪ੍ਰਵਾਨ ਹੈ। ਫੇਰ ਕੇ ਅੱਗੇ ਰੱਖੀ ਹੈ ਜਿਤ ਜਿਸੇ ਦਰਬਾਰ, ਇਹ ਭੇਟਾ ਵੀ ਆਹ ਲਓ ਜੀ ਮਹਾਰਾਜ, ਸਾਡੇ ਕੋਲ ਆਹ ਭੇਟਾ, ਆਹ ਖੱਟੀ ਖੱਟ ਕੇ ਆਇਆ। ਜਿਵੇਂ ਲਾਇਕ ਪੁੱਤ ਬਾਪ ਦੇ ਮੂਹਰੇ ਲਿਆ ਕੇ ਰੱਖਦਾ, ਬਾਪੂ ਆਹ ਮੈਨੂੰ ਨਫਾ ਹੋਇਆ, ਉਹ ਜਿਹੜੇ ਨਾਮ ਦਾ ਨਫਾ ਫਿਰ ਪ੍ਰਮਾਤਮਾ ਖੁਸ਼ ਹੋਊਗਾ ਉਹਦੇ ਤੇ ਪ੍ਰਸ਼ਨ ਕੀਤਾ ਮਹਾਰਾਜ ਸੱਚਾ ਕੌਣ ਹੈ? ਫਿਰ ਦੱਸੋ। ਨਾਨਕ ਸਾਚੇ ਕੋ ਸੱਚ ਜਾਣ। ਇਹ ਭਾਈ ਨਿਸ਼ਚੈ ਕਰਕੇ ਸੱਚੇ ਅਕਾਲ ਪੁਰਖ ਕਉ ਦਾ ਅਰਥ ਹੈ ਨੂੰ, ਅਕਾਲ ਪੁਰਖ ਨੂੰ ਸੱਚਾ ਜਾਣ ਲੈ। ਜਾਣਨਾ ਕਰ ਉਹੀ ਇੱਕ ਸੱਚਾ ਵਾਹਿਗੁਰੂ ਹੈ ਜਿਹੜਾ ਕਦੇ ਨਾਸ ਨਹੀਂ ਹੁੰਦਾ। ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹ ਚੱਲੇ ਮਾਨ। ਜਿਤ ਜਿਸ ਵਾਹਿਗੁਰੂ ਦੇ ਸੇਵਿਆ ਸਿਮਰਨ ਭਜਨ ਕਰਨ ਨਾਲ ਸੁਖ ਰੂਪ ਸਰੂਪ ਨੂੰ, ਉਹਦੇ ਸੁਖ ਸਰੂਪ ਪਰਮਾਤਮਾ ਦੇ ਸੁਖ ਨੂੰ, ਉਹਦੇ ਸੁਖ ਨੂੰ ਪਾ ਲਈਦਾ, ਜਦੋਂ ਸੁਖ ਸਰੂਪ ਨੂੰ ਪਾ ਲਈਦਾ। ਜਿਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇਰੀ ਮਾਣ ਵਡਿਆਈ ਤੇ ਵਡਿਆਈ ਦੀਆਂ ਗੱਲਾਂ ਚੱਲਣਗੀਆਂ। ਪਰਮੇਸ਼ਰ ਦੀ ਦਰਗਾਹ 'ਚ ਮਾਣ ਇੱਜ਼ਤ ਸਹਿਤ ਚੱਲੇਗਾ। ਉੱਥੇ ਇੱਜ਼ਤ ਹੋਇਆ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਂਗ ਤੇ ਮੁਖਜਲੇ ਕੀਤੀ ਛੁੱਟੀ ਨਾਲ ਦੀ ਅਵਸਥਾ ਪ੍ਰਾਪਤ ਹੋਏਗੇ। ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਮ। ਕਹਿੰਦੇ ਹੁਣ ਤੂੰ ਸੁਣ ਲੈ ਜੋਗੀ, ਜਿਹੜਾ ਕਹਿੰਦਾ ਸ਼ਰਾਬ ਲੋਕਾਂ ਨੂੰ ਵੀ ਪ੍ਰੇਰਨਾ ਦੇਣਾ ਨਾ, ਵੇਖ ਕਹੀ ਜੀ ਚਲੋ ਇਹ ਜੋਗੀ ਪੀਂਦਾ, ਸਾਨੂੰ ਕੀ ਪਾਪ ਲੱਗਣ ਲੱਗਿਆ। ਕਹਿੰਦੇ ਸੱਚ ਰੂਪੀ ਸਰਾ ਸ਼ਰਾਬ ਕੂੜ ਝੂਠ ਰੂਪੀ ਮਾਇਆ ਰੂਪੀ ਗੁੜ ਤੋਂ ਬਾਹਰ ਹੀ ਹੈ, ਉਹਦੇ 'ਚ ਗੁੜ ਨਹੀਂ ਪੈਂਦਾ। ਸ਼ਰਾਬ ਬਣਾਉਣ ਵੇਲੇ ਗੁੜ ਘੋਲਣਾ ਪੈਂਦਾ ਨਾ, ਕਹਿੰਦੇ ਝੂਠ ਰੂਪੀ ਗੁੜ ਨਹੀਂ ਘੋਲਿਆ ਹੋਇਆ ਸੱਚ ਰੂਪੀ ਸ਼ਰਾਬ ਦੇ ਵਿੱਚ। ਸੱਚ ਰੂਪੀ ਸ਼ਰਾਬ 'ਚ ਗਿਆਨ ਰੂਪੀ ਗੁੜ ਬਾਹਲਾ ਹੀ ਹੈ। ਦੂਸਰਾ ਅਰਥ ਇਹ ਵੀ ਕੀਤਾ ਮਹਾਂਪੁਰਖਾਂ ਨੇ, ਬਾਹਰ ਕੀ ਬਾਹਲਾ ਹੀ ਹੈ, ਇਹਦੇ 'ਚ ਕਿਹੜਾ ਗਿਆਨ ਰੂਪੀ ਗੁੜ ਘੋਲਿਆ ਹੋਇਆ, ਬਾਹਲਾ ਹੀ ਬਹੁਤ ਹੈ ਜਿਸ ਦੇ ਵਿੱਚ ਪਰਮੇਸ਼ਰ ਦਾ ਨਾਮ ਉਹ ਸੁੰਦਰ ਗੁੜ ਪਿਆ ਹੋਇਆ ਹੈ। ਸੁਣਹਿ ਵਖਾਣਹਿ ਜੇਤੜੇ ਹੋ ਤਿੰਨ ਬਲਿਹਾਰੈ ਜਾਓ। ਕਹਿੰਦੇ ਇਸ ਨੂੰ ਪੀਂਦਾ ਕੌਣ ਹੈ? ਜੇਤੜੇ ਜਿਤਨੇ ਸੱਚੇ ਨਾਮ ਨੂੰ ਸੁਣਦੇ ਨੇ, ਕਥਨ ਕਰਦੇ ਨੇ, ਫਿਰ ਉਹ ਨਾਮ ਰੂਪੀ ਸ਼ਰਾਬ ਇਸ ਰਸ ਨੂੰ ਪੀਂਦੇ ਨੇ। ਨਾਮ ਚੋਂ ਰਸ ਆਉਂਦਾ ਜਦੋਂ ਜਪਦੇ ਆ। ਹਾਂ ਅਸੀਂ ਤਿੰਨ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਹੜੇ ਨਾਮ ਦਾ ਰਸ ਲੈਂਦੇ ਨੇ। ਤਾ ਮਨ ਖੀਵਾ ਜਾਣੀਐ ਜਾਂ ਵਹਿਲੇ ਪਾਏ ਥਾਓ। ਇਹ ਭਾਈ ਮਨ ਖੀਵਾ ਮਸਤ ਹੋ ਜਵੇ ਨਾਮ ਦੇ ਵਿੱਚ, ਜਾਂ ਜਦੋਂ ਸੱਚਖੰਡ ਰੂਪੀ ਮਹਿਲ ਦੇ ਅੰਦਰ ਜੀਵ ਉਥੇ ਉਵੇ ਥਾਂ ਪਾ ਲੂਗਾ। ਇਹ ਜੀ ਮਹਿਲੀ ਸਰੂਪ ਦੇ ਵਿੱਚ ਮੈਚ ਥਾਂ ਟਿਕਾਣਾ ਪਾ ਲੂਗਾ। ਨੌ ਨੀਰ ਚੰਗਿਆਈਆ ਸਤ ਪਰਮਲ ਤਨਵਾਸ। ਪਰਮੇਸ਼ਰ ਦੇ ਨਾਮ ਦਾ ਜਪਣਾ, ਚੰਗਿਆਈਆਂ ਚੰਗੇ ਕਰਮ ਕਰਨ ਰੂਪੀ ਨੀਰ ਪਾਣੀ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਜਿਵੇਂ ਅੰਬਲੀ ਜਣ ਉਹ ਸ਼ਰਾਬੀ ਲੋਕ ਨਹਾ ਕੇ ਸਰੀਰ ਉੱਤੇ ਫਿਰ ਸੁਗੰਧੀਆਂ ਲਾਉਂਦੇ ਨੇ, ਸੈਂਟ ਸੁੰਟ ਲਾਉਂਦੇ ਆ, ਖੁਸ਼ਬੂ ਆ ਜਾਵੇ ਵੀ ਫਿਰ ਇਹ ਨਾ ਪਤਾ ਲੱਗੇ ਰਾਤ ਨੂੰ ਸ਼ਰਾਬ ਪੀਤੀ ਸੀ, ਐਂ ਕਰਦੇ ਨੇ ਕਈ। ਇੱਧਰ ਸਤਿਗੁਰੂ ਜੀ ਕਥਨ ਕਰਦੇ ਨੇ ਜਿਹੜਾ ਸੱਚ ਬੋਲਣ ਰੂਪੀ ਪਰਮਲ ਚੰਦਨ ਦੀ ਬਾਸ਼ਨਾ, ਚੰਦਨ ਦੀ ਸੁਗੰਧੀ ਹੈ, ਜਿਹੜਾ ਸੱਚ ਬੋਲਣਾ ਹੈ ਤਨ ਸਰੀਰ ਉੱਤੇ ਲਾਉਣਾ ਚਾਹੀਦਾ ਹੈ, ਜਿਸ ਕਰਕੇ ਵਿਸ਼ਿਆਂ ਜਾਂ ਝੂਠ ਬੋਲਣ ਦੀ ਬਦੋ ਨਾ ਆਵੇ। ਸਤਵਾਦੀ ਲੋਕਾਂ ਨੂੰ ਕੀਰਤੀ ਰੂਪ ਸੁਗੰਧੀ ਦੇਸ਼ ਪ੍ਰਦੇਸ਼ਾਂ 'ਚ ਇਹ ਫੈਲਦੀ ਹੈ। ਤਾਮਕ ਹੋਵੇ ਉਜਲਾ ਲਖ ਦਾਤੀ ਇੱਕ ਦਾਤ। ਇਹ ਭਾਈ ਪਰਮੇਸ਼ਰ ਦੀ ਦਰਗਾਹ 'ਚ ਮੁਖ ਮੂੰਹ ਤਾਂ ਹੀ ਉਜਲਾ ਪਵਿੱਤਰ ਹੋਊਗਾ ਨਾ, ਜਾਲੇ ਵਾਲਾ ਜਸ ਵਾਲਾ। ਜੇ ਲੱਖਾਂ ਦਾਤੀ ਦਾਤਾਂ ਵਿੱਚੋਂ ਪ੍ਰਭੂ ਦੀ ਇੱਕ ਦਾਤ, ਬ੍ਰਹਮ ਵਿਦਿਆ ਦੀ ਇੱਕ ਦਾਤ, ਨਾਮ ਦੀ ਇੱਕ ਦਾਤ ਪ੍ਰਾਪਤ ਹੋ ਜਾਵੇ। ਦੁਖ ਤਿਸੈ ਪਹਿਆ ਕੀਐ ਹੈ ਸੁਖ ਜਿਸੈ ਹੀ ਪਾਸ। ਕਹਿੰਦੇ ਇਹ ਭਾਈ ਤੁਸ ਵਾਹਿਗੁਰੂ ਦੇ ਪਾਹੇ ਕੋਲ ਦੁੱਖ ਦੀ ਨਿਵਰਤੀ ਲਈ
ਜਾਂ ਬੇਨਤੀ ਕਰਨੀ ਚਾਹੀਦੀ, ਕਹਿਣਾ ਕਰੀਏ। ਤੇ ਜਿਸ ਪਰਮੇਸ਼ਰ ਦੇ ਪਾਸ ਕੋਲ ਸਾਰੇ ਸੁੱਖ ਪ੍ਰਾਪਤ ਨ, ਹੋਰ ਜਿੰਨੇ ਵੀ ਦੁਨੀਆ ਦੇ ਜਿਨ੍ਹਾਂ ਕੋਲ ਜਾ ਕੇ ਲੋਕੀ ਪੁੱਟਦੇ ਆ, ਮਹਾਰਾਜ ਜੀ ਆਹ ਕਰ ਦੋ, ਮੈਨੂੰ ਆਇਆ ਕਿਰਪਾ ਕਰ ਦਿਓ, ਤੇ ਉਹ ਆਪ ਦੁਖੀ ਹੋ ਜਾਂਦੇ ਆ। ਦੁਖੀ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ, ਦੁੱਖ ਜਿਉ ਜਲਾਇਆ ਦੁਖੀਆ ਚੱਲਿਆ ਰੋਏ। ਇਹ ਹਾਲਤ ਹੋ ਰਹੀ ਹੈ। ਸੋ ਕਿਉ ਮਨ ਹੋਏ ਸਾਰੀਆ ਜਾ ਕੇ ਜੀਅ ਪ੍ਰਾਣ। ਇਹ ਭਾਈ ਸੋ ਉਹ ਵਾਹਿਗੁਰੂ ਕਿਉਂ ਮਨੋਂ ਭੁਲਾਈਏ, ਜਾਂ ਜਿਸ ਵਾਹਿਗੁਰੂ ਦੇ ਜੀਵਾਂ ਨੂੰ ਜੀ ਸੂਖਮ ਸਰੀਰ, ਅਸਤੂਲ ਸਰੀਰ, ਕਾਰਨ ਸਰੀਰ, ਪ੍ਰਾਣ ਆਦਿਕ ਦਿੱਤੇ ਹੋਏ ਨੇ। ਭਾਵ ਕੀ ਹੈ, ਜਿਸ ਦੀ ਪਾਈ ਹੋਈ ਚੇਤਨ ਸੱਤਾ ਦੁਆਰਾ ਸਾਡੇ ਪ੍ਰਾਣ ਚੱਲ ਰਹੇ ਹਨ। ਇਸ ਬਿਨ ਸਭ ਪਵਿੱਤਰ ਹੈ ਜੇਤਾ ਪਹਿਨਣ ਖਾਣ। ਜਿੰਨਾ ਮਰਜੀ ਸਰੀਰ ਨੂੰ ਨਹਾ ਧੋ ਲੋ, ਸੈਂਟ ਫੈਂਟ ਲਾ ਲੋ, ਸੁਗੰਧਿਤ ਪਦਾਰਥ ਲਾ ਲੋ, ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਅਪਵਿੱਤਰ ਹੀ ਰਹੂਗਾ। ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਸਾਰੇ ਜੀ ਅਪਵਿੱਤਰ ਨਾਪਾਕ ਹਨ। ਜਿੰਨਾ ਵੀ ਵਸਤਰਾਂ ਦਾ ਪਹਿਨਣਾ ਹੰਡਾਉਣਾ ਹੈ, 36 ਪ੍ਰਕਾਰ ਦੇ ਭੋਜਨ ਆਦਿ ਖਾਣੇ ਨੇ, ਇਹ ਸਾਰੇ ਨਖਿੱਧੀ ਹੀ ਹੈ। ਜਿਵੇਂ ਮੁਰਦੇ ਦੇ ਅੰਗਾਂ ਦੇ ਨਾਲ ਕੋਈ ਚੀਜ਼ ਛੋਹ ਜਾਵੇ ਅਪਵਿੱਤਰ ਹੋ ਜਾਂਦੀ, ਉਹਨੂੰ ਖਾਂਦਾ ਨਹੀਂ ਕੋਈ। ਖਾਇਆ ਮੈਲ ਵਧਾਇਆ, ਪਹਿੰਦੇ ਘਰ ਕੀ ਖਾਣ, ਖਾ ਕੇ ਸਰੀਰ ਦੀ ਮੈਲ ਹੀ ਵਧਾਈ ਹੈ। ਬਿਸਤਾ ਹੀ ਪੈਦਾ ਕੀਤਾ, ਨਾਮ ਤਾਂ ਨਾ ਜਪਿਆ, ਇਹ ਸਰੀਰ ਦੀ ਹਾਨੀ ਹੋਈ ਹੈ। ਜਿਤ ਪਹਿਦੇ ਤਨ ਪੀੜੀਆ ਮਨ ਮਹਿ ਚਲੇ ਵਿਕਾਰ। ਉਹ ਪਹਿਨਣਾ ਕਾਹਦਾ ਪਹਿਨਣਾ, ਜਿਹੜਾ ਮਨ ਦੇ ਚ ਵਿਕਾਰ ਪੈਦਾ ਕਰਦਾ ਹੈ। ਇਸ ਕਰਕੇ ਖਾਣਾ ਤੇ ਪਹਿਨਣਾ ਅਪਵਿੱਤਰ ਹੋਇਆ ਜੇ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ। ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਗੱਲਾਂ ਜਿਹੜੀਆਂ ਕਰਨੀਆਂ, ਕਹਿੰਦੇ ਕੂੜੀਆਂ ਕਹੀਏ ਝੂਠੀਆਂ ਹੀ ਨੇ ਇਹ। ਜੇ ਤੁਧ ਤੈਨੂੰ ਵਾਹਿਗੁਰੂ ਭਾਵੇ ਭਾ ਜਾਵੇ ਤਾਂ ਜੀਵ ਪ੍ਰਵਾਨਿਕ ਹੋ ਜਾਂਦਾ ਹੈ। ਹੇ ਪ੍ਰਭੂ ਜੀ, ਜੇ ਤੈਨੂੰ ਭਾ ਜਾਈਏ ਤਾਂ ਸੱਚੀ ਸ਼ਰਾਬ, ਸੱਚ ਦੀ, ਨਾਮ ਦੀ, ਉਹਦੀ ਮਸਤੀ, ਇਹੀ ਫੀਮ ਦਾ ਮਾਵਾ ਹੈ। ਸੱਚ ਨੂੰ ਧਾਰਨ ਕਰਨਾ, ਨਾਮ ਧਾਰਨ ਕਰਨਾ, ਹੋਰ ਝੂਠੇ ਮੇਵੇ ਜਿਹੜੇ ਮਾਵੇ ਆ ਲੈਣੇ ਨੂੰ, ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ। ਇਹ ਸਿੱਖਿਆ ਦਿੱਤੀ ਗੁਰਸਿੱਖਾਂ ਨੂੰ ਮਹਾਰਾਜ ਨੇ ਕਿ ਭਾਈ ਨਸ਼ੇ ਦੇ ਨੇੜੇ ਨਹੀਂ ਜਾਣਾ ਤੁਸੀਂ। ਨਸ਼ਈ ਦੀ ਸੰਗਤ ਵੀ ਹੋ ਜਾਵੇ ਤਾਂ ਵੀ ਉਹਦੇ ਕੋਲੋਂ ਇਹ ਔਗਣ ਨਹੀਂ ਧਾਰਨ ਕਰਨਾ, ਸੋਫੀ ਰਹਿਣਾ। ਨਾਮ ਦਾ ਨਸ਼ਾ ਪੋਸਤ ਭੰਗ ਅਫੀਮਤ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਥੇ ਸਮਾਪਤੀ। ਭੁੱਲਾਂ ਚੁੱਕਾਂ ਜੀ ਸਤਿਗੁਰੂ ਖਿਮਾ ਕਰਨ। ਤਿਸ ਬਿਨ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।